वाहिगुरु वाहिगुरु वाहिगुरु। सतनाम धन वाहिगुरु साहिब जीओ। जाम गुरु होए वल तने क्या गारब दीजै। जाम गुरु होए वल लख बाहें क्या कीजै। जाम गुरु होए वल ज्ञान अर ध्यान अनन पर। जाम गुरु होए वल शबद साखी सो सच कर। जो गुरु गुरु अहनिस जपै दास भट बेनत करै। जो गुरनाम रिद मह तरै सो जन्म मरण दोह थे रहै। जो गुरनाम रिद मह तरै सो जन्म मरण दोह थे रहै। परम सन्मान योग चवर छत्र तखत दे मालक जुग हो जुग अटल। सर्वरे कायनात दे मालक शब्द गुरु धन धन साहिब श्री गुरु ग्रंथ साहिब पातशाह जी। सतगुरां दी पावन पवित्र निगी गोद अंदर सुभाएमान गुरु स्वरूप गुरु प्यारी साध संगत जियो। सतगुरां ने अपार कृपा कीती है। संध्या वेले ना पावन दीवानां दे अंदर सतगुरु की अमृत पावन बाणी दे कीर्तन हजूरी रागी गुरु सवारियां पासों आप जी सरवण कर रहे सो। गुरु चरना अंदर अज आप जी धन धन शहीद भाई मनी सिंह जी तिन्हां दी शहादत नूं याद करदिआं प्रबंधक सजना दे वल्लों कीते उपराले सदका और सतगुरां दी आसीस दे सदका सहबां दी पावन गोद विच आप जुड़ बैठे हो। उथे साध संगत अज धन धन गुरु हरगोबिंद पातशाह जी सतगुरां दा पावन मीरी पीरी दिवस भी है।
ਅੱਜ ਦੇ ਦਿਨ ਸਨ 1606 ਈਸਵੀ ਨੂੰ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਸਤਿਗੁਰਾਂ ਨੇ ਤਖਤ ਤੇ ਬਹਿੰਦਿਆਂ ਗੁਰਤਾ ਗੱਦੀ ਤੇ ਆਸੀਨ ਹੁੰਦਿਆਂ ਦੋ ਤਲਵਾਰਾਂ ਮੀਰੀ ਅਤੇ ਪੀਰੀ ਦੀਆਂ ਧਾਰਨ ਕੀਤੀਆਂ ਸਨ। ਆਓ ਆਪ ਜਿਤਨੇ ਤਨ ਗੁਰੂ ਦੇ ਚਰਨਾਂ ਵਿੱਚ ਜੁੜ ਬੈਠੇ ਹੋ, ਸਤਿਗੁਰ ਕੀ ਪਾਵਨ ਬਾਣੀ ਦੇ ਇਹ ਅੰਮ੍ਰਿਤ ਬਚਨ ਨੇ। ਧੰਨ ਧੰਨ ਭਾਗ ਤਿੰਨਾ ਭਗਤ ਜਨਾ, ਜੋ ਹਰ ਨਾਮਾ ਹਰ ਮੁਖ ਕਹਿਤਿਆਂ। ਧੰਨ ਧੰਨ ਭਾਗ ਤਿੰਨਾ ਸੰਤ ਜਨਾ, ਜੋ ਹਰ ਜਸ ਸ਼ਰਵਣੀ ਸੁਣਤਿਆਂ। ਧੰਨ ਧੰਨ ਭਾਗ ਤਿੰਨਾ ਸਾਧ ਜਨਾ, ਹਰ ਕੀਰਤਨ ਗਾਏ ਗੁਣੀ ਜਨ ਬਣਤਿਆਂ। ਤੇ ਅਖੀਰ ਵਿੱਚ ਸਭ ਕਹਿੰਦੇ ਨੇ ਸਭ ਤੋਂ ਵੱਡੇ ਭਾਗ ਤਿੰਨਾ ਗੁਰਸਿੱਖਾਂ, ਜੋ ਗੁਰ ਚਰਨੀ ਸਿੱਖ ਪੜ੍ਹਤਿਆਂ। ਪਾਤਸ਼ਾਹ ਕਹਿੰਦੇ ਨੇ ਭਗਤ ਜਨ ਉਹ ਧਨਤਾ ਜੋਗ ਨੇ, ਜਿਹੜੇ ਮਾਲਕ ਦੇ ਅੰਮ੍ਰਿਤ ਬਚਨਾਂ ਨੂੰ ਆਪਣੇ ਮੁਖ ਤੋਂ ਉਚਾਰਦੇ ਨੇ। ਉਹ ਸੰਤ ਜਨ ਧਨਤਾ ਜੋਗ ਨੇ, ਜਿਹੜੇ ਉਸ ਮਾਲਕ ਦੇ ਅੰਮ੍ਰਿਤ ਗੁਣਾਂ ਨੂੰ ਆਪਣੀ ਰਸਨਾ ਤੋਂ ਉਚਾਰਦੇ ਨੇ। ਉਹ ਸਾਧ ਜਨ ਵੀ ਧਨਤਾ ਜੋਗ ਨੇ, ਜਿਹੜੇ ਪਰਿਪੂਰਨ ਪਰਮਾਤਮਾ ਦੀ ਕੀਰਤੀ ਗਾ ਗਾ ਕੇ ਤੇ ਗੁਣਾਂ ਦੀ ਖਾਨ ਬਣ ਜਾਂਦੇ ਨੇ। ਤੇ ਸਭ ਕਹਿੰਦੇ ਨੇ ਸਭ ਤੋਂ ਵੱਡੇ ਭਾਗ ਉਹਨਾਂ ਗੁਰਸਿੱਖਾਂ ਦੇ ਨੇ, ਜਿਹੜੇ ਗੁਰੂ ਦੀ ਸ਼ਰਨ ਵਿੱਚ ਪੈ ਕੇ ਆਪਣੇ ਮਾਲਕ ਨੂੰ ਆਪਣਾ ਆਪਾ ਸੌਂਪ ਦਿੰਦੇ ਨੇ। ਅੱਜ ਐਸੇ ਹੀ ਗੁਰਸਿੱਖ ਧੰਨ ਧੰਨ ਭਾਈ ਮਨੀ ਸਿੰਘ ਜੀ, ਆਪ ਉਹਨਾਂ ਦੀ ਸ਼ਹਾਦਤ ਨੂੰ ਚੇਤੇ ਕਰ ਰਹੇ ਹੋ। ਸੱਚ ਗੱਲ ਹੈ ਸਾਧ ਸੰਗਤ, ਦੁਨੀਆ ਦੇ ਅੰਦਰ ਕੋਈ ਐਸਾ ਮਨੁੱਖ ਨਹੀਂ ਜਿਹੜਾ ਕਿਸੇ ਪੂਰਨ ਗੁਰਸਿੱਖ ਦੇ ਜੀਵਨ ਨੂੰ ਬਿਆਨ ਕਰ ਸਕੇ। ਸਤਿਗੁਰ ਕੀ ਪਾਵਨ ਬਾਣੀ ਅੰਦਰੋਂ ਆਪ ਇਹ ਬਚਨ ਬਹੁਤ ਵਾਰੀ ਪੜ੍ਹਦੇ ਹੋ। ਸਭ ਕਹਿੰਦੇ ਨੇ ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ। ਆਓ ਆਪ ਜਿਤਨੇ ਤਨ ਗੁਰੂ ਦੀ ਗੋਦ ਵਿੱਚ ਜੁੜੇ ਹੋ, ਜਿੰਨਾ ਸਮਾਂ ਸਤਿਗੁਰ ਨੇ ਬਖਸ਼ਿਸ਼ ਕੀਤਾ, ਬਸ ਇਕਾਗਰਤਾ ਬਖਸ਼ਿਆ ਜੇ, ਤਾਂ ਕਿ ਆਪ ਜੀ ਦੇ ਨਾਲ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਤਿੰਨਾਂ ਦੇ ਜੀਵਨ ਦੇ ਅੰਦਰੋਂ ਕੁਝ ਕੁ ਗੱਲਾਂ ਸਤਿਗੁਰ ਕੀ ਪਾਵਨ ਬਾਣੀ ਨੂੰ ਆਧਾਰ ਬਣਾ ਕੇ ਆਪਾਂ ਅੱਜ ਸਮਝ ਕੇ ਜਾ ਸਕੀਏ। ਕਰੋ ਕਿਰਪਾ ਇਹਨਾਂ ਵਿਚਾਰਾਂ ਨੂੰ ਆਰੰਭ ਕਰਨ ਤੋਂ ਪਹਿਲਾਂ ਸਤਿਗੁਰ ਕੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ ਜੀ। ਦੇਹੋ ਅਸੀਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਇੱਕ ਮਨੁੱਖ ਦੇ ਜੀਵਨ ਨੂੰ ਪੂਰਨ ਤੌਰ ਤੇ ਘੜਦੀ ਏ। ਸਹਿਬ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਅੰਮ੍ਰਿਤ ਬਚਨ ਆਪ ਰੋਜ਼ ਸੰਧਿਆ ਵੇਲੇ ਅੰਮ੍ਰਿਤ ਬਾਣੀ ਦੇ ਵਿੱਚੋਂ ਪੜ੍ਹਦੇ ਵੀ ਹੋ। ਪਾਤਸ਼ਾਹ ਕਹਿੰਦੇ ਨੇ ਇਹ ਜਿਹੜੀ ਦੇਹ ਸਰੀਰ ਤੈਨੂੰ ਮਿਲਿਆ ਹੈ, ਇਹ ਉਸ ਕਰਤੇ ਮਾਲਕ ਅਕਾਲ ਪੁਰਖ ਦੇ ਚਰਨਾਂ ਦੇ ਨਾਲ ਜੁੜਨ ਦੇ ਲਈ ਮਿਲਿਆ। ਇਹਦਾ ਮਤਲਬ ਹੈ ਕਿ ਤੂੰ ਆਪਣੇ ਜੀਵਨ ਦੇ ਅੰਦਰ ਜੋ ਵੀ ਕਰਮ ਕਰਨੇ ਨੇ,
ਉਹ ਕਰਮ ਤੂੰ ਆਪਣੇ ਸਤਿਗੁਰ ਦੀ ਆਗਿਆ ਦੇ ਵਿੱਚ ਰਹਿ ਕੇ ਕਰਨੇ ਨੇ। ਅਸਲ ਵਿੱਚ ਜਦੋਂ ਅਸੀਂ ਭਗਤ ਦੀ ਗੱਲ ਕਰਨੇ ਹਾਂ ਜਾਂ ਸੰਤ ਦੀ ਗੱਲ ਕਰਨੇ ਹਾਂ ਜਾਂ ਕਿਸੇ ਗੁਰਸਿੱਖ ਜਾਂ ਸਾਧ ਜਨ ਦੀ ਗੱਲ ਕਰਨੇ ਹਾਂ ਬਾਣੀ ਦੇ ਮੁਤਾਬਕ, ਇਹਨਾਂ ਸ਼ਬਦਾਂ ਨੂੰ ਬਾਹਰਮੁਖੀ ਨਾ ਲੈਣਾ, ਕਿਉਂਕਿ ਬਾਹਰਮੁਖੀ ਜਿਹੜੀ ਭਗਤ ਦੀ ਪਰਿਭਾਸ਼ਾ ਬੰਦੇ ਨੇ ਘੜੀ ਜਾਂ ਕਿਸੇ ਸੰਤ ਦੀ ਪਰਿਭਾਸ਼ਾ ਸੀ ਘੜੀ ਜਾਂ ਕਿਸੇ ਸਾਧ ਜਨ ਦੀ ਪਰਿਭਾਸ਼ਾ ਬਣਾਈ, ਉਹ ਪਰਿਭਾਸ਼ਾ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਰਿਭਾਸ਼ਾ ਦੇ ਨਾਲ ਮੇਲ ਕੋਈ ਨਹੀਂ ਖਾਂਦੀ। ਸਤਿਗੁਰ ਨੇ ਤੇ ਭਗਤ ਉਹਨੂੰ ਕਿਹਾ ਹੈ ਜਿਹੜਾ ਆਪਣੀ ਰਸਨਾ ਤੋਂ ਮਾਲਕ ਅਕਾਲ ਪੁਰਖ ਪਰਮਾਤਮਾ ਦੇ ਗੁਣ ਗਾਉਂਦਾ ਹੈ। ਸਤਿਗੁਰ ਨੇ ਸੰਤ ਕਿਸੇ ਲਿਬਾਸ ਦਾ ਨਾਮ ਨਹੀਂ ਰੱਖਿਆ ਬਾਣੀ ਵਿੱਚ। ਸਤਿਗੁਰ ਨੇ ਆਖਿਆ ਸੰਤ ਅਸਲ ਵਿੱਚ ਉਹ ਪੂਰਨ ਜੀਵਨ ਵਾਲਾ ਗੁਰਸਿੱਖ ਹੈ ਜਿਹੜਾ ਮਾਲਕ ਦੇ ਗੁਣਾਂ ਨੂੰ ਗਾ ਗਾ ਕੇ ਗੁਣਾਂ ਦੇ ਵਿੱਚ ਸਮਾ ਗਿਆ ਹੈ। ਪਾਤਸ਼ਾਹ ਕਹਿੰਦੇ ਨੇ ਅਸਲ ਵਿੱਚ ਸਾਧ ਜਨ ਬਾਹਰਮੁਖੀ ਵੱਖੋ ਵੱਖਰੇ ਭੇਖ ਬਣਾ ਕੇ ਤੁਰਨ ਵਾਲਾ ਇਨਸਾਨ ਨਹੀਂ। ਸਾਧ ਜਨ ਅਸਲ ਵਿੱਚ ਉਹ ਹੈ ਜਿਨ੍ਹੇ ਪਰਮਾਤਮਾ ਦੇ ਅੰਮ੍ਰਿਤ ਗੁਣਾਂ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਿਆ। ਸੱਚ ਵਿੱਚ ਐਸੇ ਹੀ ਸਨ ਭਾਈ ਸਾਹਿਬ ਭਾਈ ਮਨੀ ਸਿੰਘ ਜੀ, ਜਿਨ੍ਹਾਂ ਦਾ ਸੰਪੂਰਨ ਜੀਵਨ ਸਤਿਗੁਰਾਂ ਦੇ ਚਰਨਾਂ ਦੇ ਅੰਦਰ ਸਮਰਪਿਤ, ਤੇ 90 ਸਾਲ ਦੀ ਉਮਰ ਦੇ ਅੰਦਰ ਅੱਜ ਦੇ ਦਿਨ ਉਹ ਸ਼ਹਾਦਤ ਦਾ ਜਾਮ ਪੀਂਦੇ ਨੇ। ਉਹਨਾਂ ਨੂੰ ਸਤਿਕਾਰ ਨਾਲ ਅਸੀਂ ਕਹਿੰਦੇ ਹਾਂ ਸ਼ਹੀਦ ਭਾਈ ਮਨੀ ਸਿੰਘ ਜੀ। ਮੈਂ ਸਿਰਫ ਖਿੰਨ ਵਿੱਚ ਪਹਿਲਾਂ 2 ਮਿੰਟ ਬੇਨਤੀ ਕਰਦੇ ਹਾਂ ਵੀ ਅਸਲ ਵਿੱਚ ਸ਼ਹੀਦ ਦਾ ਮਤਲਬ ਕੀ ਹੈ। ਸ਼ਹੀਦ ਸ਼ਬਦ ਦਾ ਭਾਵ ਹੁੰਦਾ ਹੈ ਗਵਾਹੀ ਦੇਣ ਵਾਲਾ। ਦੁਨੀਆ ਦੇ ਅੰਦਰ ਜਦੋਂ ਕਿਸੇ ਮਨੁੱਖ ਦੀ ਕਿਸੇ ਸੰਸਾਰ ਦੇ ਜਗਤ ਦੇ ਅੰਦਰ ਕਿਸੇ ਕਾਰਨਵਸ਼ ਕੋਈ ਗੱਲ ਪ੍ਰਗਟ ਹੋ ਜਾਏ, ਉਹ ਕਹਿੰਦਾ ਫਲਾਣੇ ਬੰਦੇ ਨੂੰ ਪੁੱਛੋ ਉਹ ਮੇਰੀ ਗਵਾਹੀ ਦੇਗਾ। ਪਰ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਜਿਹੜੇ ਸ਼ਬਦ ਬਖਸ਼ੇ ਨੇ, ਇਤਿਹਾਸ ਵਿੱਚੋਂ ਜਿਹੜੇ ਸ਼ਬਦ ਅਸੀਂ ਗੁਰਸਿੱਖ ਜਿਨ੍ਹਾਂ ਗੁਰੂ ਦੇ ਬਚਨਾਂ ਤੇ ਆਪਣਾ ਆਪਾ ਵਾਰਿਆ ਹੈ, ਉਹਨਾਂ ਲਈ ਅਸੀਂ ਸ਼ਬਦ ਵਰਤਨੇ ਆ ਸ਼ਹੀਦ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਬਾਬਤ ਸ਼ਬਦ ਵਰਤਨੇ ਆ ਸ਼ਹੀਦਾਂ ਦੇ ਸਰਤਾਜ। ਇਹ ਅਸਲ ਵਿੱਚ ਸ਼ਬਦ ਬੜੇ ਸਮਝਣ ਵਾਲੇ ਨੇ। ਮੇਰਾ ਵਿਸ਼ਾ ਕੋਈ ਨਹੀਂ, ਪਰ ਮੈਂ ਸਿਰਫ ਇੱਕ ਖਿੰਨ ਵਿੱਚੋਂ ਬੇਨਤੀ ਕਰਨੀ ਹੈ। ਸ਼ਹੀਦ ਉਹ ਹੁੰਦਾ ਹੈ ਜਿਹੜਾ ਜ਼ੁਬਾਨੀ ਸ਼ਬਦਾਂ ਨਾਲ ਗਵਾਹੀ ਨਹੀਂ ਭਰਦਾ। ਸ਼ਹੀਦ ਅਸਲ ਵਿੱਚ ਉਹ ਹੈ ਜਿਹੜਾ ਆਪਣੇ ਤਨ ਦਾ ਠੀਕਰ ਭਰ ਕੇ ਗਵਾਹੀ ਦਿੰਦਾ ਹੈ। ਧਿਆਨ ਦੇਣਾ, ਸ਼ਬਦਾਂ ਦੀ ਗਵਾਹੀ ਉਹ ਕਿਸੇ ਸਮੇਂ ਦੇ ਉੱਪਰ ਉਹਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾ ਸਕਦਾ ਹੈ, ਪਰ ਸੱਚ ਇਹ ਹੈ ਮੇਰੇ ਸਤਿਗੁਰ ਪਾਤਸ਼ਾਹ ਜੀ ਅੰਮ੍ਰਿਤ ਬਾਣੀ ਦੇ ਅੰਦਰ ਜਦੋਂ ਭਗਤ ਦੀ ਗੱਲ ਕਰਦੇ ਨੇ, ਸੰਤ ਦੀ ਗੱਲ ਕਰਦੇ ਨੇ, ਗੁਰਮੁਖ ਦੀ ਗੱਲ ਕਰਦੇ ਨੇ, ਸਾਧ ਜਨ ਦੀ ਗੱਲ ਕਰਦੇ ਨੇ, ਇਹਦਾ ਮਤਲਬ ਵੀ ਹੈ ਜਿਨ੍ਹੇ ਆਪਣਾ ਆਪਾ ਗੁਰੂ ਦੇ ਚਰਨਾਂ ਵਿੱਚ ਸੌਂਪਿਆ। ਬਾਬਾ ਕਬੀਰ ਸਾਹਿਬ ਜੀ ਦੇ 2 ਸ਼ਬਦਾਂ ਪੜ੍ਹਦੇ ਹੋ, ਉਹ ਕਹਿੰਦੇ ਨੇ ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਓ, ਖੇਤ ਜੋ ਮਾਂਡਿਓ ਸੂਰਮਾ ਅਬ ਜੂਜਨ ਕੋ ਦਾਓ। ਹੁਣ ਗੁਰਸਿੱਖ ਜੂਝਦਾ ਹੈ, ਉਹ ਸੰਸਾਰ ਦੇ ਅੰਦਰ ਵੀ ਜੂਝਦਾ ਹੈ। ਜਦੋਂ ਸਰੀਰ ਰੂਪੀ ਇਸ ਢਾਂਚੇ ਦੇ ਅੰਦਰ ਰਹਿ ਕੇ ਆਪਣੇ ਇਸ ਗਗਨ ਦੇ ਅੰਦਰ, ਇਸ ਦੁਆਰੇ ਦੇ ਅੰਦਰ, ਇਸ ਮਸਤਿਸ਼ਕ ਦੇ ਅੰਦਰ, ਇਸ ਮੈਂਟੈਲਿਟੀ ਸੋਚ ਦੇ ਅੰਦਰ ਉਪਜਣ ਵਾਲੇ ਵਿਕਾਰਾਂ ਨਾਲ ਲੜਦਾ ਹੈ, ਉਹਨੂੰ ਵੀ ਮੇਰੇ ਸਤਿਗੁਰ ਨੇ ਸੂਰਮਾ ਆਖਿਆ। ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਬਚਨ ਪੜ੍ਹਦੇ ਹੋ, ਸਤਿਗੁਰ ਜੀ ਕਹਿੰਦੇ ਨੇ ਕਿ ਅਸਲ ਵਿੱਚ ਸੂਰਮਾ ਉਹ ਹੈ ਜਿਹੜਾ ਆਪਣੇ ਆਪੇ ਨੂੰ ਜਿਣਦਾ ਹੈ। ਜਿਨ੍ਹੇ ਆਪਣੇ ਆਪੇ ਨੂੰ ਜਿਣ ਲਿਆ ਹੈ, ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਉਹ ਅਸਲ ਵਿੱਚ ਸੂਰਮਾ ਹੈ। ਤਾਂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਅੰਦਰ ਗੁਰੂ ਅਰਜਨ ਸਾਹਿਬ ਜੀ ਦੇ ਇਹ ਪਾਵਨ ਬਚਨ ਤੁਸੀਂ ਹੁਕਮਨਾਮੇ ਰੂਪ ਵਿੱਚ ਬਹੁਤ ਵਾਰੀ ਪੜ੍ਹਦੇ ਹੋ। ਪਾਤਸ਼ਾਹ ਕਹਿੰਦੇ ਨੇ ਜਿੰਦੇ ਹਿਰਦੇ ਵਿੱਚ ਨਾਮ ਦਾ ਰੰਗ ਲੱਗਾ ਹੈ,
ਆਤਮ ਜਿਣੈ ਸਗਲ ਵਸ ਤਾਂ ਕਹਿ ਜਾਂ ਕਾ ਸਤਿਗੁਰ ਪੂਰੇ ਗੁਰੂ ਦੀ ਕਿਰਪਾ ਨਾਲ ਉਹ ਆਪਣੇ ਆਪ ਨੂੰ ਜਿਣ ਲੈਂਦਾ ਹੈ। ਉਹ ਜਿਨੇ ਆਪਣੇ ਆਪੇ ਨੂੰ ਜਿੱਤਿਆ ਉਹ ਵੀ ਸੂਰਮਾ ਹੈ। ਤੇ ਦੂਸਰਾ ਬਾਬਾ ਜੀ ਕਹਿੰਦੇ ਨੇ ਅਸਲ ਵਿੱਚ ਜਿਹੜਾ ਮੈਦਾਨੇ ਜੰਗ ਵਿੱਚ ਜੂਝਦਾ ਹੈ, ਦੀਨ ਲਈ ਲੜਦਾ ਹੈ, ਧਰਮ ਲਈ ਲੜਦਿਆਂ ਹੋਇਆਂ ਆਪਣੇ ਸਰੀਰ ਦੇ ਟੁਕੜੇ ਕਰਾ ਲੈਂਦਾ ਹੈ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਬਾਣੀ ਕਹਿੰਦੀ ਉਹ ਵੀ ਸੂਰਮਾ ਹੈ। ਕਿਉਂਕਿ ਆਤਮ ਜਿਣੇ ਤੋਂ ਬਿਨਾ ਉਹ ਜੰਗ ਵੀ ਨਹੀਂ ਜਿੱਤੀ ਜਾ ਸਕਦੀ। ਮੈਦਾਨ ਦੇ ਅੰਦਰ ਵੀ ਉਹੀ ਜੂਝ ਸਕਦਾ ਜਿਹੜਾ ਆਪਣੇ ਆਤਮ ਨੂੰ ਜਿਣਦਾ ਹੈ, ਜਿਹਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮਨ ਜੀਤੈ ਜਗ ਜੀਤ। ਮਨ ਨੂੰ ਜਿੱਤਣ ਵਾਲਾ ਤਨ ਦੇ ਅੰਦਰ ਰਹਿੰਦਿਆਂ ਵਿਕਾਰਾਂ ਨਾਲ ਲੜਦਾ ਹੈ ਤੇ ਜਿੱਤਦਾ ਹੈ। ਮਨ ਨੂੰ ਜਿੱਤਣ ਵਾਲਾ ਦੀਨ ਤੇ ਧਰਮ ਲਈ ਸੰਸਾਰ ਦੇ ਅੰਦਰ ਜੂਝਦਾ ਹੈ ਤੇ ਲੜਦਾ ਹੈ। ਉਹ ਆਪਣੇ ਆਪੇ ਦੀ ਪਰਵਾਹ ਨਹੀਂ ਕਰਦਾ। ਗੁਰਮੁਖ ਪਿਆਰੇ ਸ਼ਬਦ ਪੜ੍ਹ ਰਹੇ ਸਨ, ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ। ਮੇਰੇ ਸਤਿਗੁਰ ਜੇ ਸਮਾਂ ਐਸਾ ਵੀ ਆ ਜਾਏ ਜੀਵਨ ਅੰਦਰ, ਮੈਂ ਪਿੱਛੇ ਨਹੀਂ ਹਟਾਂਗਾ, ਆਪਣੇ ਤਨ ਦੇ ਟੁਕੜੇ ਵੀ ਕਰਾ ਲਵਾਂਗਾ, ਪਰ ਸਤਿਗੁਰ ਜੀ ਤੇਰੇ ਹੁਕਮ ਤੋਂ ਕਦੀ ਆਪਣਾ ਮੂੰਹ ਨਹੀਂ ਫੇਰਾਂਗਾ। ਬਾਬਾ ਕਬੀਰ ਸਾਹਿਬ ਜੀ ਦੇ ਬਚਨ ਪੜ੍ਹੋ। ਕਬੀਰ ਸਾਹਿਬ ਜੀ ਕਹਿੰਦੇ ਨੇ ਕਰਵਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬਿਨਤੀ ਮੇਰੀ। ਹਉ ਵਾਰੀ ਮੁਖ ਫੇਰ ਪਿਆਰੇ, ਕਰਵਟ ਦੇ ਮੋਕੋ ਕਾਹੇ ਕੋ ਮਾਰੇ। ਬਾਬਾ ਜੀ ਕਹਿੰਦੇ ਨੇ ਮੈਨੂੰ ਆਰਾ ਚੰਗਾ ਲੱਗਦਾ। ਕਰਵਤ ਦੇ ਅਰਥ ਨੇ ਆਰਾ। ਆਰਾ ਮੇਰੇ ਸਿਰ ਤੇ ਚੱਲ ਜਾਏ ਮੈਨੂੰ ਚੰਗਾ ਲੱਗਦਾ ਹੈ, ਪਰ ਮੇਰੇ ਮਾਲਕ ਜੇ ਕੋਈ ਇਹ ਆਖੇ ਤੂੰ ਰੱਬ ਦੇ ਗੁਣਾ ਤੋਂ ਰੱਬ ਤੋਂ ਮੁਨਕਰ ਹੋ ਕੇ ਜੀ, ਤੇ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਸਤਿਗੁਰ ਮੈਂ ਤੇਰੇ ਤੋਂ ਮੁਨਕਰ ਹੋ ਕੇ ਨਹੀਂ ਜੀ ਸਕਦਾ। ਤੇਰੀ ਪਿੱਠ ਮੇਰੇ ਵੱਲ ਹੋਵੇ ਇਸ ਤੋਂ ਚੰਗਾ ਹੈ ਮੇਰੇ ਤਨ ਤੇ ਆਰਾ ਚੱਲ ਕੇ ਮੇਰੇ ਤਨ ਦੇ ਟੁਕੜੇ ਹੋ ਜਾਣ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਬਚਨ ਇੱਕ ਅਦੀਬ ਨੇ ਬਹੁਤ ਪਿਆਰਾ ਖਿਆਲ ਦਿੱਤਾ ਹੈ। ਮੈਂ ਕਹਿ ਕੇ ਆਣਾ ਹੈ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਦੇ ਵੱਲ। ਉਹਨਾਂ ਕਹਿੰਦੇ ਨੇ ਅਸਲ ਵਿੱਚ ਸ਼ਹੀਦ ਕੌਣ ਹੈ? ਉਹਨਾਂ ਦੇ ਬਚਨ ਬੜੇ ਪਿਆਰੇ ਨੂੰ ਕਹਿੰਦੇ ਸ਼ਹੀਦ ਕੀ ਜੋ ਮੌਤ ਹੈ वो कौम की हयात है, हयात तो हयात है वो मौत भी हयात है। ਸ਼ਹੀਦ ਦੀ ਮੌਤ ਉਹ ਕੌਮਾਂ ਦੇ ਲਈ ਸਰਮਾਇਆ ਹੁੰਦੀਆਂ ਨੇ। ਇੱਕ ਗੱਲ ਚੇਤੇ ਰੱਖਿਓ, ਆਮ ਬੰਦਾ ਸੰਸਾਰ ਵਿੱਚ ਜੰਮੇ ਭਾਵੇਂ ਦੁਨਿਆਵੀ ਤਲ ਤੇ ਕਿੰਨਾ ਵੀ ਸਮਰੱਥ ਹੋਵੇ, ਜਿਸ ਦਿਨ ਉਹ ਮਰ ਜਾਂਦਾ ਹੈ 2 ਪੀੜ੍ਹੀਆਂ ਬਾਅਦ ਉਹਦਾ ਪਰਿਵਾਰ ਵੀ ਉਹਦਾ ਨਾਮ ਨਹੀਂ ਲੈਂਦਾ। ਸ਼ਹੀਦ ਜਿਹੜਾ ਧਰਮ ਲਈ ਜੂਝ ਕੇ ਮਰਦਾ ਹੈ, ਸੱਚ ਜਾਣਿਓ ਸਦੀਆਂ ਬਾਅਦ ਵੀ ਉਹਦੇ ਚਰਨਾਂ ਵਿੱਚ ਲੋਕ ਨਤਮਸਤਕ ਹੋ ਕੇ ਉਹਨੂੰ ਚੇਤਾ ਕਰਦੇ ਨੇ। ਦੋਨਾਂ ਦੇ ਅੰਦਰ ਫਰਕ ਹੈ ਜੀ। ਇੱਕ ਦੁਨਿਆਵੀ ਤਲ ਤੇ ਬੰਦਾ ਸਮਰੱਥ ਸਾਰੀ ਜ਼ਿੰਦਗੀ ਬਾਹਰਮੁਖੀ ਪਦਾਰਥ ਜੋੜੇ ਬਣਾਏ ਕਮਾਇਆ, ਸੰਸਾਰ ਵਿੱਚ ਬੜਾ ਉੱਚਾ ਨਾਮਣਾ, ਪਰ ਜਿਦਨ ਮਰਿਆ ਲੋਕਾਂ ਨੇ ਉਸੇ ਦਿਨ ਭੁਲਾ ਦਿੱਤਾ। ਕਿਸੇ ਨੇ 4 ਦਿਨ, ਕਿਸੇ ਨੇ 10 ਦਿਨ, ਪਰਿਵਾਰ ਨੇ 2 ਪੀੜ੍ਹੀਆਂ ਯਾਦ ਰੱਖਿਆ। ਉਸ ਤੋਂ ਬਾਅਦ ਕਿਸੇ ਨੂੰ ਪਤਾ ਨਹੀਂ ਫਲਾਣਾ ਕੌਣ ਸੀ। ਪਰ ਸ਼ਹੀਦ ਜਦੋਂ ਆਪਣੇ ਤਨ ਦਾ ਠੀਕਰ ਭੰਨਦਾ ਹੈ, ਉਹ ਕੌਮ ਨੂੰ ਜੀਵਨ ਦਾ ਸਰਮਾਇਆ ਦੇ ਕੇ ਜਾਂਦਾ ਹੈ। ਤਾਂ ਹੀ ਕਿਸੇ ਅਦੀਬ ਨੇ ਬਚਨ ਲਿਖਿਓ, ਕਹਿਣ ਲੱਗਾ ਅਸਲ ਵਿੱਚ ਸ਼ਹੀਦ ਕੀ ਮੌਤ ਸੇ ਕਿਆ ਬਿਹਤਰ ਕਾਬਾ। ਲੋਕ ਕਾਬੇ ਜਾਂਦੇ ਨੇ, ਮੱਕੇ ਦੇ ਅੰਦਰ ਸਿਰ ਝੁਕਾਉਂਦੇ ਨੇ। ਉਹ ਕਹਿੰਦਾ ਲੋਕ ਮੱਕੇ ਦੀ ਧਰਤੀ ਤੇ ਜਾਣ ਵਾਲਿਓ, ਇੱਕ ਗੱਲ ਚੇਤੇ ਰੱਖਿਓ, ਤੁਸੀਂ ਕਹਿੰਦੇ ਹੋ ਮੱਕੇ ਦੇ ਅੰਦਰ ਸਿਰ ਝੁਕਾਇਆ ਤੁਹਾਡਾ ਜੀਵਨ ਸਫਲ ਹੈ, ਤੁਸੀਂ ਅੱਲਾਹ ਤਾਲਾ ਦੇ ਘਰ ਵਿੱਚ ਪ੍ਰਵਾਨ ਹੋ ਜਾਓਗੇ। ਉਹ ਕਹਿੰਦਾ ਮੈਂ ਕਹਿੰਦਾ ਤੁਸੀਂ ਮੱਕੇ ਜਾਣ ਦੀ ਬਜਾਏ ਸੱਚ ਵਿੱਚ ਕਿਸੇ ਐਸੀ ਥਾਂ ਤੇ ਆਪਣਾ ਸਿਰ ਝੁਕਾ ਦਿਆ ਜੇ ਜਿੱਥੇ ਕਿਸੇ ਸ਼ਹੀਦ ਦੇ ਆਪਣਾ ਖੂਨ ਡੋਲਿਆ ਹੋਵੇ। ਤੁਹਾਡਾ ਉਸ ਥਾਂ ਤੇ ਸੀਸ ਝੁਕਾਣਾ ਮੱਕੇ ਨੂੰ ਸੀਸ ਝੁਕਾਉਣ ਦੇ ਬਰਾਬਰ ਹੈ। ਉਹ ਕਹਿੰਦਾ ਸ਼ਹੀਦ ਕੀ ਮੌਤ ਸੇ ਕਿਆ ਬਿਹਤਰ ਕਾਬਾ, शहीद की मौत पे तो खुदा भी कुर्बान होता है। शहीद की मौत तो ते खुदा भी सदके जाता है। ऐसे शहीद सन शहीद भाई मनी सिंह जी, जिन्हां दा जन्म 1644 ईस्वी का है। वैसे ये भी साचे गुरमुखो, ऐसे बड़े शहीद ने गुरमुख प्यारे जिन्हां ने सिख पंथ दे अंदर बड़ियां वड्डियां उपलब्धियां हासिल कीतियां।
पर असी उन्हां दे जीवन तिथियां नूं तरीकां नूं अजे तक सांभ नहीं सके। बड़े ऐसा भुलेखा भाई मनी सिंह जी की जन्म तिथि के प्रति भी बड़े भुलेखे पैंदे ने। किसी ने उन्हां दा जन्म 1644 का लिखिया, किसी ने उन्हां दा जन्म 1666 का माफ़ करना 1646 का लिखिया। ये वख-वख मितियां तिथियां जिहड़ियां उन्हां दे जन्म प्रति मिलदियां ने। पर पिछले समय अंदर सिख पंथ के सूझवान बंदियां ने इस गल का निर्णय किया भी उन्हां दा जन्म 1644 ईस्वी का है। पाकिस्तान की धरती ते जिला मुजफ्फरगढ़ पिंड अलीपुर उन्हां दी आमद उन्हां दा जन्म होया। उन्हां दे पिता जिन्हां ने सच विच गुरु घर दे नाल जिन्हां दा बहुत प्यार सी, पिता दा नाम सी पिता समाई दास, उन्हां दी माता दा नाम सी मधुरा बाई। धन गुरु ग्रंथ साहिब पातशाह जी के चरणों के विच परनाए ये परिवार, ये गुरसिख परिवार असल विच जेड़े भाई साहब भाई मनी सिंह जी के दादा जी सन, उन्हां दा नाम सी भाई बल्लू जी। जिस वेले धन गुरु हरगोबिंद पातशाह जी उन्होंने पहली जंग अमृतसर वाली लड़ी, पहली जंग के अंदर भाई बल्लू जी अमृतसर की जंग के अंदर जूझदियां हुए शहादत का जाम पींदे ने। इन्हां दे परिवार बाबत भी लिखिया जाता है भी इस तो पहला गुरु हरगोबिंद साहिब जी के चरणों विच आण तो पहला ये मुगल दरबार के अंदर बड़ी वड्डी सेवा निभाते सन। पर गुरु पातशाह जी ने ऐसी कृपा की, मुगल दरबार की सेवा छड्ड के धन गुरु हरगोबिंद साहिब जी के चरणों के विच आए। गुरु हरगोबिंद साहिब पातशाह जी के चरणों विच भाई बल्लू जी उन्होंने पहली जंग विच शहादत का जाम पीता। भाई मनी सिंह जी ये तकरीबन इतिहास लिखता है 12 भरा सन। 12 भरा दे विचों सिर्फ एक भरा जिंदा नाम भाई अमर सिंह है, इनकी भाई अमरचंद सिंह नहीं अमरचंद, इन्हां दी जिहड़ी मौत है वो बीमारी दे नाल बचपन दे विच हो गई सी। पर इन्हां भाई मनी सिंह जी हनी मनी सिंह जी दे समेत 11 भरा जिन्हां ने अपना आपा गुरु दे चरणों विच कुर्बान किया। वेखो कितना वड्डा परिवार है जिन्हां ने अपने परिवार दे विचों भाई मनी सिंह जी दे 10 सपुत्र सन। 10 सपुत्रां दे अंदरों 7 पुत्र जिहड़े गुरु तो कुर्बान होए। भाई साहब भाई मनी सिंह जी दे इन्हां दे परिवार की जे गल करिए, सच विच भाई बल्लू जी ते भाई बल्लू जी तो बाद भाई मनी सिंह जी इन्हां दे 11 भरा, ये गिणती बन गई 19। ध्यान देना इन्हां दे परिवार दे विचों इन्हां दे 7 पुत्र जिन्हां ने शहादत दा जाम पीता, ते इन्हां दे भरा इन्हां दे चाचे तायां दे विचों मिला के सच विच इन्हां दे परिवार विचों इतिहास लिखदा 65 तो ज़्यादा शहादतां इन्हां दे परिवार विचों होईयां ने जिन्हां गुरु लई अपना आपा वारिया है। कोई ऐसा संसार दे अंदर 65 तो वध, हालांकि किसी इतिहासकार ने गिणती इस तो भी ज़्यादा लिखी है, पर 65-70 के करीब शहादतां इन्हां ने गुरु चरणों दे विच दित्तियां। सच विच मैं कहना भी जेड़े बचन असीं सिर्फ बाणी विचों पढ़ने आ, भाई साहब भाई मनी सिंह जी इन्हां दे परिवार ने उन्हां बचनां नूं अपने जीवन विच कमाया है। सूरा सो पहचानिया जो लरै दीन के हेत, पुरजा पुरजा कट मरै कबहू ना छाड़ै खेत। धन गुरु हर राय साहब जी के चरणों के अंदर 13 साल की उम्र सी भाई मनी सिंह जी की, जिदन इन्हां दे पिता जी इन्हां नूं धन गुरु हर राय साहब जी की शरण विच किरतपुर साहब जी की धरती ते लैके आए। किरतपुर साहब जी की धरती ते इत्थे जदों सतगुरु गुरु हर राय साहब जी नाल भाई मनी सिंह जी, नाम इन्हां दा बचपन सी, बचपन विच सी मणिया। आम इन्हां नूं परिवार दे लोग कहंदे सन मनी राम। सतगुरु गुरु हर राय साहब जी की शरण विच आए। गुरु हर राय साहब पातशाह जी ने पुछया इन्हां दे पिता नूं कि बच्चे का नाम, ते उन्होंने आख्या सतगुरु धन गुरु हर राय साहब पातशाह जी परिवार विच असीं इहनूं मणिया कहने आ, मनी राम। ते गुरु हर राय साहब पातशाह जी ने बड़े प्यारे बचन कहे, सिख तवारीख ने वो बचन सांभ के रखे ने। वो कहन लगे धन गुरु हर राय साहब जी कहंदे
ਇਹ ਮਣੀਆਂ ਹੋਵੇਗਾ ਜਗ। ਇਹ ਮਣੀਆਂ ਜਿਹੜਾ ਹੈ ਜਿਹਨੂੰ ਤੁਸੀਂ ਮਣੀ ਰਾਮ ਕਹਿੰਦੇ ਹੋ, ਇਹ ਜਗ ਗੁਣੀਆਂ ਹੋਵੇਗਾ। ਇਹਦੇ ਗੁਣਾਂ ਨੂੰ ਸੰਸਾਰ ਜਗਤ ਰਹਿੰਦੀ ਦੁਨੀਆ ਤੱਕ ਯਾਦ ਕਰੇਗਾ। ਗੁਰੂ ਹਰਿਰਾਏ ਸਾਹਿਬ ਜੀ ਦੀ ਸ਼ਰਨ ਵਿੱਚ ਇਹ 2 ਸਾਲ ਇਹਨਾਂ ਦੇ ਪਿਤਾ ਇਹਨਾਂ ਨੂੰ ਛੱਡ ਕੇ ਚਲੇ ਗਏ। 2 ਸਾਲ ਸਾਹਿਬਾਂ ਦੀ ਸ਼ਰਨ ਵਿੱਚ ਰਹੇ। 1657 ਤੋਂ ਲੈ ਕੇ 1659 ਤੱਕ। 1659 ਨੂੰ ਇਹਨਾਂ ਦੇ ਪਿਤਾ ਜੀ ਵਾਪਸ ਆਏ। ਉਹ ਭਾਈ ਮਨੀ ਸਿੰਘ ਜੀ ਨੂੰ ਆਪਣੇ ਨਾਲ ਲੈ ਕੇ ਫਿਰ ਦੁਬਾਰਾ ਪਿੰਡ ਚਲੇ ਗਏ, ਇਹ ਕਹਿ ਕੇ ਵੀ ਸਤਿਗੁਰੂ ਜੀ ਬੱਚਾ ਵਿਆਹ ਦੇ ਕਾਬਲ ਹੋ ਗਿਆ ਹੈ, ਇਹਦਾ ਅੱਗੋਂ ਵਿਆਹ ਕਰਨਾ ਤਾਂ ਕਿ ਗ੍ਰਸਤੀ ਨੂੰ ਸੰਭਾਲ ਸਕੇ। ਭਾਈ ਮਨੀ ਸਿੰਘ ਜੀ ਦਾ ਵਿਆਹ, ਜਿਹੜੇ ਅਸੀਂ ਸਿੱਖ ਪੰਥ ਦੀ ਸਰਮੌਰ ਸ਼ਖਸੀਅਤ ਨੇ, ਜਿਨ੍ਹਾਂ ਨੇ ਆਪਣੇ ਘਰ ਨੂੰ, ਭਾਈ ਸਾਹਿਬ ਭਾਈ ਲੱਖੀ ਸ਼ਾਹ ਵਣਜਾਰਾ, ਜਿਨ੍ਹਾਂ ਨੇ ਆਪਣਾ ਘਰ ਗੁਰੂ ਦਾ ਧੜ ਰੱਖ ਕੇ ਆਪਣੇ ਘਰ ਨੂੰ ਅੱਗ ਲਾ ਕੇ ਆਪਣੀ ਸਿੱਖੀ ਗੁਰੂ ਦੇ ਚਰਨਾਂ ਦੇ ਵਿੱਚ ਆਪਣੀ ਸਿੱਖੀ ਨੂੰ ਨਿਭਾਇਆ ਸੀ, ਉਹਨਾਂ ਦੀ ਜਿਹੜੀ ਬੇਟੀ ਸੀ ਬੀਬਾ ਸੀਤੋ ਬਾਈ, ਉਹਨਾਂ ਦੇ ਨਾਲ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦਾ ਵਿਆਹ ਹੋਇਆ ਸੀ। ਇਹਦਾ ਮਤਲਬ ਹੈ ਜੀ ਕਿੰਨਾ ਜੁੜਿਆ ਹੋਇਆ ਪਰਿਵਾਰ, ਕਿਉਂਕਿ ਭਾਈ ਲੱਖੀ ਸ਼ਾਹ ਵਣਜਾਰਾ ਦਾ ਪਰਿਵਾਰ ਵੀ ਇਹ ਸੱਚ ਵਿੱਚ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਪਰਿਵਾਰ ਤੋਂ ਲੈ ਕੇ ਸਤਿਗੁਰਾਂ ਤੋਂ ਲੈ ਕੇ ਜੁੜਿਆ ਹੋਇਆ ਪਰਿਵਾਰ ਹੈ। ਜਦੋਂ ਅਸੀਂ ਤਵਾਰੀਖ ਨੂੰ ਪੜ੍ਹਦੇ ਹਾਂ, ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਸ਼ਰਨ ਦੇ ਵਿੱਚ ਇੱਥੇ 2 ਸਾਲ ਰਹਿਣ ਤੋਂ ਬਾਅਦ ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨਾਂ ਵਿੱਚ ਇਹ ਪਿੰਡ ਗਏ। ਇਹਨਾਂ ਦਾ ਵਿਆਹ ਹੋਇਆ ਤੇ ਵਿਆਹ ਤੋਂ ਬਾਅਦ ਫਿਰ ਇਹ ਸਤਿਗੁਰਾਂ ਦੀ ਸ਼ਰਨ ਦੇ ਵਿੱਚ ਧੰਨ ਗੁਰੂ ਹਰਿਰਾਏ ਸਾਹਿਬ ਜੀ ਦੀ ਸ਼ਰਨ ਵਿੱਚ ਆਏ। ਜਿਸ ਵੇਲੇ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਦਿੱਲੀ ਦੀ ਧਰਤੀ ਤੇ ਆਏ, ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਗੁਰਤਾ ਗੱਦੀ ਤੇ ਆਸੀਨ ਹੋਏ, ਉਸ ਵੇਲੇ ਭਾਈ ਮਨੀ ਸਿੰਘ ਜੀ ਕੀਰਤਪੁਰ ਸਾਹਿਬ ਜੀ ਦੀ ਧਰਤੀ ਤੇ ਸਨ। ਜਦੋਂ ਸਤਿਗੁਰੂ ਜੀ ਦਿੱਲੀ ਆਏ, ਇੱਥੇ ਸਤਿਗੁਰਾਂ ਨੇ ਜਦੋਂ ਆਪਣਾ ਸਰੀਰ ਤਿਆਗਿਆ, ਜੋਤੀ ਜੋਤ ਸਮਾਏ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਇਸੇ ਦਿੱਲੀ ਦੀ ਧਰਤੀ ਤੇ ਉਸ ਵੇਲੇ ਭਾਈ ਮਨੀ ਸਿੰਘ ਜੀ ਇਤਿਹਾਸ ਲਿਖਦਾ ਇਸੇ ਦਿੱਲੀ ਦੀ ਧਰਤੀ ਤੇ ਸਨ। ਇੱਥੇ ਜਦੋਂ ਸਾਹਿਬਾਂ ਨੇ ਬਚਨ ਕਹੇ ਕਿ ਜਿਹੜਾ ਸਾਡੇ ਤੋਂ ਬਾਅਦ ਗੁਰਤਾ ਗੱਦੀ ਤੇ ਆਸੀਨ ਹੋਣਗੇ, ਉਹ ਸਾਡੇ ਬਾਬਾ ਜੀ, ਜਿਨ੍ਹਾਂ ਦਾ ਜ਼ਿਕਰ ਉਹਨਾਂ ਨੇ ਆਪ ਆਪਣੀ ਮੁਬਾਰਕ ਰਸਨਾ ਤੋਂ ਕਿਹਾ ਕਿ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲ ਇਸ਼ਾਰਾ ਕਰਕੇ ਸਤਿਗੁਰੂ ਪਾਤਸ਼ਾਹ ਜੀ ਵੱਲ ਬਚਨ ਕਰਕੇ ਕਹੇ ਸਨ ਕਿ ਬਾਬਾ ਬਸੇ ਗ੍ਰਾਮ ਬਕਾਲੇ। ਤੇ ਜਦੋਂ ਬਕਾਲੇ ਦੀ ਧਰਤੀ ਤੇ ਭਾਈ ਲੱਖੀ ਸ਼ਾਹ ਵਣਜਾਰਾ, ਮਾਫ ਕਰਨਾ, ਸਤਿਗੁਰ ਦੇ ਚਰਨਾਂ ਦੇ ਅੰਦਰ ਅਰਦਾਸ ਕਰਕੇ ਜਿਹੜਾ ਸਿੱਖ ਚੱਲਿਆ ਸੀ ਪਾਤਸ਼ਾਹ ਜੀ ਦੇ ਚਰਨਾਂ ਵਿੱਚ, ਜਿਦਨ ਸਤਿਗੁਰ ਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਪ੍ਰਗਟ ਕੀਤਾ ਸੀ, ਇਤਿਹਾਸ ਲਿਖਦਾ ਹੈ ਭਾਈ ਮਨੀ ਸਿੰਘ ਜੀ ਉਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਵਿੱਚ ਸੇਵਾ ਕਰਦੇ ਹੁੰਦੇ ਸਨ। ਇੱਥੋਂ ਤੱਕ ਬਚਨ ਲਿਖੇ ਨੇ, ਜਦੋਂ ਸਤਿਗੁਰੂ ਜੀ ਪ੍ਰਗਟ ਹੋਏ, ਪ੍ਰਗਟ ਹੋਣ ਤੋਂ ਬਾਅਦ ਦਾਤਾਰ ਪਿਤਾ ਜੀ ਵਾਪਸ ਆਨੰਦਪੁਰ ਸਾਹਿਬ ਧੰਨ ਗੁਰੂ ਹਰ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਨੇ ਇਹ ਸ਼ਹਿਰ ਵਸਾਇਆ। ਇੱਥੇ ਭਾਈ ਮਨੀ ਸਿੰਘ ਜੀ ਆਪਣੇ ਹੱਥ ਨਾਲ ਪੋਥੀਆਂ ਲਿਖਣ ਦਾ ਕੰਮ ਕਰਦੇ ਹੁੰਦੇ ਸਨ। ਗੁਰਬਾਣੀ ਦੀਆਂ ਜਿਹੜੀਆਂ ਪੋਥੀਆਂ ਨੇ, ਭਾਈ ਮਨੀ ਸਿੰਘ ਜੀ ਗੁਰਬਾਣੀ ਪੋਥੀਆਂ ਦੇ ਰੂਪ ਵਿੱਚ ਲਿਖ ਕੇ ਸਿੱਖ ਸੰਗਤਾਂ ਤੱਕ ਪਹੁੰਚਾਉਂਦੇ ਹੁੰਦੇ ਸਨ। ਹਾਲਾਂਕਿ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਆਦਿ ਗ੍ਰੰਥ ਦੀ ਸੰਪਾਦਨਾ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ 5ਵੇਂ ਜਾਮੇ ਵਿੱਚ ਕੀਤੀ ਹੈ, ਪਰ ਉਸ ਤੋਂ ਬਾਅਦ ਵੀ ਜਿਹੜੀਆਂ ਸਿੱਖ ਸੰਗਤਾਂ ਦੂਰ ਦਰਾਡੇ ਆਉਂਦੀਆਂ ਸਨ, ਉਹਨਾਂ ਸਿੱਖ ਸੰਗਤਾਂ ਨੂੰ ਬਾਣੀ ਦੀਆਂ ਪੋਥੀਆਂ ਲਿਖ ਲਿਖ ਕੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਸੇਵਾ ਨੂੰ ਨਿਭਾਉਂਦੇ ਸਨ। ਉਸ ਵੇਲੇ ਦੀ ਇਹ ਗਵਾਹੀ ਸਾਨੂੰ ਖਾਸ ਕਰਕੇ ਜਿਹੜੀ ਸ਼ਹੀਦ ਬਿਲਾਸ ਗ੍ਰੰਥ ਹੈ, ਉਹ ਗ੍ਰੰਥ ਲਿਖਿਆ ਭਾਈ ਸੇਵਾ ਸਿੰਘ ਨੇ। ਉਹਨਾਂ ਨੇ ਉਸ ਗ੍ਰੰਥ ਦੇ ਵਿੱਚ ਜ਼ਿਕਰ ਕੀਤਾ ਹੈ ਕਿ ਭਾਈ ਮਨੀ ਸਿੰਘ ਜੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਰਹਿੰਦਿਆਂ ਹੋਇਆਂ ਇੱਥੇ ਸੇਵਾ ਸੀ ਕਰੰਤ ਤੇ ਰਹੰਤ ਗੁਰਾਂ ਪਾਸ ਸਦਾ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਰਨ ਵਿੱਚ ਰਹਿੰਦੇ ਸਨ। ਸੇਵਾ ਸੀ ਕਰੰਤ ਤੇ ਰਹੰਤ ਗੁਰਾਂ ਪਾਸ ਸਦਾ, ਲਿਖ ਲਿਖ ਬਾਣੀ ਕਰੇ ਪੋਥੀਆਂ ਤਿਆਰ ਜੀ। ਇਤਿਹਾਸ ਵਿੱਚ ਇਤਿਹਾਸਿਕ ਗਵਾਹੀ ਸਾਨੂੰ ਜਿਹੜੀ ਹੈ ਇਹ ਸ਼ਹੀਦ ਬਿਲਾਸ ਦੇ ਅੰਦਰੋਂ ਮਿਲਦੀ ਹੈ। ਔਰ ਸੱਚ ਵਿੱਚ ਇਹ ਬੜਾ ਔਥੈਂਟਿਕ ਜਿਹੜਾ ਹੈ ਇਹ ਗ੍ਰੰਥ ਹੈ, ਜਿੰਦੇ ਵਿੱਚ ਭਾਈ ਮਨੀ ਸਿੰਘ ਜੀ ਦੇ ਜੀਵਨ ਦੇ ਬਾਬਤ ਬਹੁਤ ਕੁਝ ਮਿਲਦਾ ਹੈ। ਪਰ ਸੱਚ ਇਹ ਜਿਹੜਾ ਗ੍ਰੰਥ ਹੈ ਸਾਰਾ ਕਾਵਿ ਰੂਪ ਦੇ ਵਿੱਚ ਹੈ, ਕਾਵਿ ਰੂਪ ਵਿੱਚ ਲਿਖਿਆ ਹੋਇਆ ਗ੍ਰੰਥ। ਇਸ ਕਰਕੇ
कोई भी गुरसिख असल विच साडी पढ़न दे विच रुचि खत्म हो गई। इस करके असी पढ़ना खास करके इतिहास की असी ते गुरबाणी पढ़न तो सिख संगत जी बड़ा गुरेज करन लग पे। हालात ये बन गए ने भी असी कहने कोई दूजा पढ़ जाए, जे बाणी पढ़नी चाहे असी माया दे देंगे, पर असी आप पढ़न तो कहने भी साढ़े कोलों समा कोई नहीं। यही कारण है नितनेम तो असी टुट गए, अमृत बाणी तो टुट गए। ते जे प्रबंधक समा उलीके आखन भी चलो किते सभा बनाइए, कोई दिन मना लीए, ते संगतां गुरु दी शरण विच आ जान, सच जानियो असी उदन भी बाणी सुनन लई नहीं, पहला ही गुरु घर दे अंदर फोन ला के पुछने भी अज गुरुद्वारे विच लंगर विच की बनना है, जे कुछ चंगा बनया होगा तो जावांगे, नहीं तो अज आपां गुरुद्वारे ही नहीं जाना। इत्थे भी साडी सोच सिर्फ लंगर तक सीमित रह गई। धन गुरु ग्रंथ साहिब पातशाह जी, मैं फिर बचना वल परतां, सतगुरां दे चरनां दे अंदर बाणी दीयां पोथियां लिखदे ने भाई मनी सिंह जी। उन्हां पोथियां नूं तैयार करदे ने ते जिहड़ियां संगतां दूर दराडे तो आंदियां ने उन्हां दी पोथियां लिख लिख के बाणी लिख के उन्हां नूं दे के सेवा करदे ने। इत्थे धन गुरु तेग बहादुर साहिब पातशाह जी दे चरनां विच इन्हां ने कई साल सेवा निभाई। ये भी सानू पता है भी इतिहास विच जदों सतगुरु गुरु तेग बहादुर पातशाह जी दखन की धरती वल गए ने, ढाका वल गए ने, वापस जदों सतगुरु पातशाह जी आनंदपुर साहिब ये सतगुरां ने धरती पहलों खरीदी है, खरीदन तो बाद सतगुरु जी इस पासे गए ने, मुड़ के जदों सतगुरु जी इस धरती ते आए तो जो समा सतगुरां ने गुजारिया उस तो बाद सतगुरु जी शहादत लई दिल्ली की धरती वाल आंदे ने। धन गुरु तेग बहादुर साहिब जी जिस वेले सतगुरां की शहादत हुंदी है गुरु तेग बहादुर साहिब पातशाह जी दी, भाई मनी सिंह जी उस वेले आनंदपुर साहिब जी की धरती ते ने। इत्थे धन गुरु गोबिंद सिंह पातशाह जी गुरता गद्दी ते आसीन हुंदे ने। जिस वेले सतगुरु जी गुरता गद्दी ते बहिंदे ने उस वेले धन गुरु तेग गोबिंद सिंह पातशाह जी की शरण दे विच भाई मनी सिंह जी सेवा निभांदे ने। इत्थे संगतां दे लई पानी की सेवा, इतिहास लिखदा है भी जिहड़ियां संगतां आंदियां सन बाहरों, क्योंकि गुरमुखो किसी करनी वाले दा जीवन एवें नहीं बन जाता, वो सेवा दे विचों ढल के ही किसी करनी वाले दा जीवन बनता है। ये एवें ना समझिए भी कोई बंदा गुरु दे कोलों कुछ साल किसी ने रह के बाहर मुखी पदार्थ देवे, माया देवे ते आखे मैं गुरु दा बड़ा वड्डा सिख हाँ। नहीं, जिहड़े सच विच करनी वाले परनाए सिख होंदे ने वो अपना आपा गुरु दे चरनां विच सौंप के सेवा करते हैं। भाई मनी सिंह जी उन्होंने इत्थे गुरु की शरण विच रह के जिहड़ियां संगतां ने आना उन्हां दी पानी की सेवा करनी, इशनान पाण की सेवा करनी, लंगरां दे विच सेवा करनी। इत्थों तक लिखिया जाता है भी जदों रात दे 2 पहर लंघदे सन ते भाई मनी सिंह जी उठ के खूह दे विचों पानी कढ़ के सिख संगतां दी सेवा इशनान पाण दा बंदोबस्त करते हुंदे सन। सच है भी इन्नी वड्डी सेवा, ये सेवा ही उन्हां नूं शहादत तक लैके जांदी है। सतगुरु गुरु ग्रंथ साहिब पातशाह जी की शरण विच गुरु गोबिंद सिंह पातशाह जी के चरनां दे विच उन्हां ने अपना समा इसे तरह बतीत किया। ये भी आपां जाणदे आनंदपुर साहिब नूं घेरा पिया। जिस वेले सतगुरां ने आनंदपुर साहिब का किला छड्डिया उस वेले भाई मनी सिंह जी सतगुरां दे नाल सन। सरसा दे कंढे ते परिवार 3 हिस्सिਆਂ विच वंडिया जांदा है। एक हिस्से विच धन गुरु कलगीधर पातशाह जी दे नाल सतगुरां दे वड्डे फरजंद ते कुछ सिख ने। दूजे हिस्से विच मात गुजर कौर जी ते छोटे साहिबजादे ने ते तीजे हिस्से विच गुरु के महल माता सुंदर कौर जी, माता साहिब देवा जी, माता साहिब कौर जी ते नाल धन गुरु ग्रंथ साहिब पातशाह जी के चरनां विच परनाए सिख भाई मनी सिंह जी ने, जिन्हां दी सेवा धन गुरु गोबिंद सिंह पातशाह जी ने लाईए। मैं कहना किन्ने गुरु के चरनां विच समर्पित सिख होणगे, किन्ना सतगुरां नूं फेथ होएगा भाई मनी सिंह जी ते कि अपनियां महल माता सुंदर कौर ते माता साहिब कौर नूं नाल भेजिया। इसे दिल्ली की धरती ते आके जिहड़ा पावन स्थान आप देखते हो माता सुंदरी, उस गुरुद्वारा माता सुंदरी जी इस स्थान ते आके रुके। इत्थे जदों सारा बिरतांत वापरदा है पता लगता है भी धन गुरु गोबिंद सिंह पातशाह जी साहिबजादियां की शहादत तो बाद दमदमा साहिब जी की धरती ते ने
ਇੱਥੇ ਭਾਈ ਮਨੀ ਸਿੰਘ ਜੀ ਮਾਤਾ ਨੂੰ ਲੈ ਕੇ ਵਾਪਸ ਦਮਦਮਾ ਸਾਹਿਬ ਜੀ ਦੀ ਧਰਤੀ ਤੇ ਪਹੁੰਚਦੇ ਨੇ। ਇੱਥੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨਾਲ ਮੁੜ ਕੇ ਮੁਲਾਕਾਤ ਹੁੰਦੀ ਹੈ ਭਾਈ ਮਨੀ ਸਿੰਘ ਜੀ ਦੀ। ਭਾਈ ਮਨੀ ਸਿੰਘ ਜੀ ਇਸ ਤੋਂ ਬਾਅਦ ਇੱਥੇ ਗੁਰੂ ਦੇ ਚਰਨਾਂ ਵਿੱਚ ਸੇਵਾ ਕਰਦੇ ਨੇ। ਜਦੋਂ ਸਤਿਗੁਰ ਦੱਖਣ ਦੀ ਧਰਤੀ ਵੱਲ ਜਾਂਦੇ ਨੇ ਤੇ ਸਤਿਗੁਰ ਪਾਤਸ਼ਾਹ ਭਾਈ ਮਨੀ ਸਿੰਘ ਜੀ ਦੀ ਸੇਵਾ ਇਸੇ ਦਮਦਮਾ ਸਾਹਿਬ ਦੀ ਧਰਤੀ ਤੇ ਲਾ ਕੇ ਗਏ ਸਨ। ਇੱਥੇ ਭਾਈ ਮਨੀ ਸਿੰਘ ਜੀ ਸਿੱਖ ਸੰਗਤਾਂ ਦੇ ਵਿੱਚ ਪਰਨਾਏ ਸਿੱਖ ਸਨ। ਇੱਥੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਜਿਸ ਵੇਲੇ ਦੱਖਣ ਦੀ ਧਰਤੀ ਤੇ ਜਾਂਦੇ ਨੇ ਉੱਥੇ ਸਤਿਗੁਰ ਜੋਤੀ ਜੋਤ ਸਮਾਉਂਦੇ ਨੇ। ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਨੂੰ ਸਤਿਗੁਰ ਥਾਪਣਾ ਦੇ ਕੇ ਪੰਜਾਬ ਦੀ ਧਰਤੀ ਵੱਲ ਭੇਜਦੇ ਨੇ। ਮੈਂ ਸਿਰਫ ਸਰਸਰੀ ਜੀ ਨਜ਼ਰ ਕਿ ਭਾਈ ਮਨੀ ਸਿੰਘ ਜੀ ਉਹਨਾਂ ਨੇ ਆਪਣੇ ਜੀਵਨ ਵਿੱਚ ਕਿਵੇਂ ਕਿਵੇਂ ਗੁਰੂ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਰਹਿ ਕੇ ਸੇਵਾ ਕੀਤੀ। ਮੁੜ ਕੇ ਆਪਾਂ ਗੱਲ ਉਹਨਾਂ ਦੀ ਸ਼ਹਾਦਤ ਦੀ ਕਰਨੀ ਹੈ। ਸਤਿਗੁਰ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਉਹ ਇੱਥੇ ਸੇਵਾ ਨਿਭਾਉਂਦੇ ਰਹੇ। ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਥਾਪਣਾ ਦੇ ਕੇ ਸਤਿਗੁਰਾਂ ਨੇ ਪੰਜਾਬ ਦੀ ਧਰਤੀ ਵੱਲ ਤੋਰਿਆ। ਇੱਥੇ ਪੰਜਾਬ ਦੀ ਧਰਤੀ ਤੇ ਭਾਈ ਮਨੀ ਸਿੰਘ ਜੀ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਮਿਲ ਕੇ ਉਹਨਾਂ ਜੰਗਾਂ ਯੁੱਧਾਂ ਦੇ ਵਿੱਚ, ਜਿੰਦੇ ਵਿੱਚੋਂ ਸਮਾਣੀ ਦੀ ਜੰਗ, ਫਿਰ ਮੁੜ ਕੇ ਸਤਿਗੁਰੂ ਪਾਤਸ਼ਾਹ ਜੀ ਦੀ ਅਸੀਸ ਦੇ ਨਾਲ, ਜਿਹਨੂੰ ਅਸੀਂ ਸ਼੍ਰੀ ਫਤਿਹਗੜ੍ਹ ਸਰਹੰਦ, ਇੱਥੇ ਜਿਹੜੀ ਚੱਪੜ ਚਿੜੀ ਦੇ ਮੈਦਾਨ ਵਿੱਚ ਜੰਗ ਹੁੰਦੀ ਏ, ਜਿੰਦੇ ਅੰਦਰ ਬਾਬਾ ਬੰਦਾ ਸਿੰਘ ਬਹਾਦਰ ਸੂਬੇ ਸਰਹੰਦ ਦੀ ਕੀਤੀ ਹੋਈ ਦੀ ਉਹਨੂੰ ਸਜ਼ਾ ਦਿੰਦੇ ਨੇ। ਇੱਥੇ ਮੈਦਾਨੇ ਜੰਗ ਵਿੱਚ ਭਾਈ ਮਨੀ ਸਿੰਘ ਜੀ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਨੇ, ਮੈਦਾਨੇ ਜੰਗ ਵਿੱਚ ਜੂਝਦੇ ਨੇ, ਇਸ ਨਾਲ ਲੜਾਈਆਂ ਦੇ ਵਿੱਚ ਸ਼ਾਮਲ ਹੁੰਦੇ ਨੇ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਇੱਕ ਵਾਰ ਫਿਰ ਐਸਾ ਸਮਾਂ ਆਉਂਦਾ ਹੈ। ਹਾਲਾਂਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖ ਰਾਜ ਦੀ ਨੀਂਹ ਰੱਖੀ, ਸਿੱਖ ਖਾਲਸਾ ਪੰਥ ਦੀ ਨੀਂਹ ਰੱਖ ਕੇ ਉਹਨਾਂ ਨੇ ਖਾਲਸਾ ਜਿਹੜਾ ਇਸ ਪੰਥ ਨੂੰ, ਜਿਹਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਸਜਾਇਆ ਸੀ, ਇਹਦੀ ਨੀਂਹ ਭਾਈ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਨੂੰ ਫਤਿਹ ਕਰਕੇ ਤੇ ਰੱਖੀ ਸੀ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਹੁੰਦੀ ਏ। ਭਾਈ ਮਨੀ ਸਿੰਘ ਜੀ ਉਹ ਮੁੜ ਕੇ ਇਹਨਾਂ ਸੇਵਾਵਾਂ ਦੇ ਵਿੱਚ ਫਿਰ ਪ੍ਰਵਰਤ ਹੋ ਜਾਂਦੇ ਨੇ, ਇਹਨਾਂ ਸੇਵਾਵਾਂ ਨੂੰ ਨਿਭਾਉਂਦੇ ਨੇ। ਇੱਥੇ ਸਮਾਂ ਜਦੋਂ ਐਸਾ ਆਉਂਦਾ ਵੀ ਸਿੱਖ ਪੰਥ ਮੁੜ ਕੇ ਫਿਰ ਖੇਰੋ ਖੇਰੀ ਹੋਣ ਲੱਗਾ। ਆਪਸ ਦੇ ਵਿੱਚ ਕਿਤੇ ਤਤ ਖਾਲਸਾ ਬਣ ਗਿਆ, ਕਿਤੇ ਬੰਦਈ ਖਾਲਸਾ ਬਣ ਗਿਆ, ਤੇ ਜਿਹੜੇ ਸਿੱਖ ਆਪਸ ਵਿੱਚ ਵੰਡੇ ਜਾਣ ਲੱਗੇ, ਭਾਈ ਮਨੀ ਸਿੰਘ ਦੇ ਮਨ ਅੰਦਰ ਬੜੀਆਂ ਚਿੰਤਾਵਾਂ ਵੀ ਕਿਸੇ ਤਰੀਕੇ ਦੇ ਨਾਲ ਫਿਰ ਪੰਥ ਨੂੰ ਇੱਕ ਕੀਤਾ ਜਾਏ। ਕਿਉਂਕਿ ਸਮੇਂ ਸਮੇਂ ਅਨੁਸਾਰ ਇਧਰੋਂ ਹਕੂਮਤ ਨੇ ਚਾਲਾਂ ਚੱਲਣੀਆਂ ਸ਼ੁਰੂ ਕੀਤੀਆਂ, ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖੇ ਜਾਣ ਲੱਗੇ ਵੀ ਜੇ ਕੋਈ ਜਿੰਦਾ ਸਿੱਖ ਮਿਲ ਜਾਏ ਉਹਨੂੰ ਜਿਹੜਾ ਉਹਦੀ ਸੂਹ ਦੇਗਾ ਤੇ ਉਹਦੇ ਬਦਲੇ ਵਿੱਚ ਉਹਨੂੰ ਇਨਾਮ ਮਿਲੇਗਾ। ਜੇ ਕੋਈ ਸਿੱਖ ਨੂੰ ਮਾਰ ਕੇ ਲੈ ਆਂਦਾ ਸੀ ਉਹਦੇ ਬਦਲੇ ਵਿੱਚ ਜਿੰਦਾ ਸੂਹ ਦੇਣ ਨਾਲੋਂ ਵੱਧ ਇਨਾਮ ਮਿਲਦਾ ਸੀ। ਇਹੀ ਕਾਰਨ ਸੀ ਘਰਾਂ ਦੇ ਅੰਦਰੋਂ ਫੜ ਫੜ ਕੇ ਸਿੱਖਾਂ ਨੂੰ ਮਾਰਿਆ ਜਾਣ ਲੱਗਾ। ਇਹੀ ਸਮਾਂ ਸੀ ਜਦੋਂ ਭਾਈ ਤਾਰੂ ਸਿੰਘ ਵਾਹ ਦੀ ਸ਼ਹਾਦਤ ਹੋਈ, ਉਹ ਸ਼ਹੀਦ ਹੋਏ। ਇੱਕ ਭਾਈ ਤਾਰੂ ਸਿੰਘ ਨੇ, ਇੱਕ ਭਾਈ ਤਾਰੂ ਸਿੰਘ ਵਾਹ ਨੇ। ਧਿਆਨ ਦੇਣਾ, ਇਤਿਹਾਸ ਵਿੱਚ ਦੋ ਨੇ ਤਾਰੂ ਸਿੰਘ। ਭਾਈ ਤਾਰੂ ਸਿੰਘ ਵਾਹ ਦੀ ਸ਼ਹਾਦਤ ਹੁੰਦੀ ਏ। ਨਵਾਬ ਕਪੂਰ ਸਿੰਘ, ਉਹਨਾਂ ਨੂੰ ਨਵਾਬੀ ਦੀ ਖਿਲਤ ਮਿਲਦੀ ਏ। ਜਿਸ ਵੇਲੇ ਨਵਾਬੀ ਭੇਜਦਾ ਹੈ ਜ਼ਕਰੀਆ ਖਾਂ, ਕਿਉਂਕਿ ਉਹਨੇ ਬੜਾ ਜ਼ੋਰ ਲਾਇਆ ਵੀ ਕਿਸੇ ਤਰੀਕਾ ਨਾਲ ਸਿੱਖਾਂ ਦਾ ਖੁਰਾ ਖੋਜ ਮਿਟਾਇਆ ਜਾਏ। ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਵਰਗੇ ਸਿੱਖਾਂ ਨੇ, ਦੋ ਸਿੱਖਾਂ ਨੇ ਜਿਤਾ ਦਿੱਤਾ ਵੀ ਨਹੀਂ, ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ, ਤੁਸੀਂ ਕਹੋ ਵੀ ਸਿੱਖ ਮਾਰ ਦਿੱਤੇ, ਖਤਮ ਕਰ ਦਿੱਤੇ, ਫਨਾਹ ਕਰ ਦਿੱਤੇ, ਪਰ ਸੱਚ ਇਹ ਗੁਰੂ ਕੇ ਸਿੱਖ ਨੂੰ ਕਦੀ ਕੋਈ ਮਾਰ ਨਹੀਂ ਸਕਦਾ। ਅਸੀਂ ਅੱਜ ਵੀ ਬੜੇ ਚਿੰਤਿਤ ਹੁੰਦੇ ਹਾਂ। ਮੈਂ ਕਈ ਵਾਰੀ ਬੇਨਤੀ ਕਰਨਾ, ਖਾਲਸਾ ਜੀ, ਅਸੀਂ ਕਹਿੰਦੇ ਹਾਂ ਵੀ ਸੰਭਲ ਜਾਈਏ, ਪਤਾ ਨਹੀਂ ਕੋਈ ਖਾਲਸਾ ਨਹੀਂ ਰਿਹਾ, ਗੁਰੂ ਕੇ ਸਿੱਖਾਂ ਤੇ ਆ ਭੀੜ ਆ ਗਈ, ਕੀ ਬਣੇਗਾ ਆਉਣ ਵਾਲੇ ਸਮੇਂ ਵਿੱਚ। ਇੱਕ ਗੱਲ ਚੇਤੇ ਰੱਖਿਓ, ਮੇਰੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਬਚਨ ਕਹੇ ਸਨ, ਖਾਲਸਾ ਅਕਾਲ ਪੁਰਖ ਕੀ ਫੌਜ। ਸਾਹਿਬ ਨੇ ਕਿਹਾ ਸੀ ਖਾਲਸਾ ਅਕਾਲ ਪੁਰਖ ਦੀ ਫੌਜ ਹੈ। ਤੇ ਚੇਤੇ ਰੱਖਿਓ, ਜੇ ਅਕਾਲ ਪੁਰਖ ਜੁਗੋ ਜੁਗ ਅਟਾਲੇ, ਤੇ ਜਿਹੜੀ ਖਾਲਸੇ ਦੀ ਫੌਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਾਜੀ ਏ, ਕਿਸੇ ਦੀ ਹਿੰਮਤ ਵੀ ਨਹੀਂ ਖਾਲਸੇ ਦੀ ਫੌਜ ਨੂੰ ਮੁਕਾ ਸਕੇ। ਇਹ ਸਿਰਫ ਸਾਡੇ ਅੰਦਰ ਦਾ ਤੌਖਲਾ ਹੈ, ਕਿਉਂਕਿ ਅਸੀਂ ਅੰਦਰੋਂ ਡੋਲੇ, ਤੇ ਜਦੋਂ ਅਸੀਂ ਅੰਦਰੋਂ ਡੋਲ ਜਾਂਦੇ ਅਸੀਂ ਉਦੋਂ ਕਹਿੰਦੇ ਹਾਂ ਪਤਾ ਨਹੀਂ ਕੀ ਬਣੇਗਾ ਜੀ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਏ।
ਇਹਨੂੰ ਖਾਲਸੇ ਨੂੰ ਅਕਾਲ ਪੁਰਖ ਦੀ ਫੌਜ ਦਾ ਨਾਮ ਦੇ ਕੇ ਸਤਿਗੁਰ ਨੇ ਸਤਿਕਾਰ ਦਿੱਤਾ ਹੈ। ਧਿਆਨ ਦੇਣਾ, ਇੱਥੇ ਭਾਈ ਮਨੀ ਸਿੰਘ ਜੀ ਜਿਨ੍ਹਾਂ ਬਾਬਤ ਆਪਾਂ ਬਚਨ ਪੜ੍ਹ ਰਹੇ ਹਾਂ, ਭਾਈ ਬੋਤਾ ਸਿੰਘ ਤੇ ਭਾਈ ਗਰਜਾ ਸਿੰਘ, ਉਹਨਾਂ ਨੇ ਲੰਘਦੇ ਹੋਏ ਫੌਜ, ਉਹਨਾਂ ਨੇ ਵੇਖਿਆ ਵੀ ਸਾਹਮਣੇ ਦੋ ਫੌਜਦਾਰ ਆ ਰਹੇ ਨੇ। ਉਹ ਲੁਕ ਗਏ ਵੀ ਕਿਸੇ ਤਰੀਕੇ ਨਾਲ ਜਾਨ ਬਚ ਜਾਏ। ਤੇ ਜਦੋਂ ਲੁਕੇ ਝਾੜੀਆਂ ਦੇ ਓਲੇ, ਤੇ ਜਿਹੜੇ ਫੌਜਦਾਰ ਲੰਘਦੇ ਪਏ ਸਨ, ਉਹਨਾਂ ਜਦੋਂ ਝਾੜੀਆਂ ਹੀ ਲਣਦੀ ਪਤਾ ਲੱਗਾ ਵੀ ਝਾੜੀਆਂ ਹਿਲਦੀਆਂ ਨੇ, ਆਵਾਜ਼ ਆਉਂਦੀ ਪਈ ਏ। ਉਹਨਾਂ 'ਚੋਂ ਇੱਕ ਕਹਿੰਦਾ ਵੀ ਇੱਥੋਂ ਬਚ ਕੇ ਕਿਤੇ ਕੋਈ ਗੁਰੂ ਦਾ ਸਿੱਖ ਨਾ ਹੋਵੇ। ਤੇ ਦੂਜਾ ਨਾਲ ਅਹਿਲਕਾਰ ਕਹਿੰਦਾ ਗੁਰੂ ਦੇ ਸਿੱਖ ਹੁੰਦੇ ਨਾ ਤੇ ਉਹਨਾਂ ਲੁਕਣਾ ਨਹੀਂ ਸੀ। ਇਹ ਗੁਰੂ ਦੇ ਸਿੱਖ ਨਹੀਂ ਹੋ ਸਕਦੇ। ਜੇ ਗੁਰੂ ਕੇ ਸਿੱਖ ਹੁੰਦੇ ਤੇ ਉਹਨਾਂ ਲੁਕਣਾ ਨਹੀਂ ਸੀ। ਜਦੋਂ ਭਾਈ ਬੋਤਾ ਸਿੰਘ ਨੇ ਇੰਨੀ ਗੱਲ ਸੁਣੀ ਨਾ, ਉਹ ਗਰਜਾ ਸਿੰਘ ਨੂੰ ਕਹਿੰਦਾ ਆਪਾਂ ਹੋ ਕੇ ਗੁਰੂ ਦੇ ਸਿੱਖ, ਉਹ ਦੁਸ਼ਮਣ ਇੰਨੀ ਤਾਰੀਫ ਕਰਦਾ ਪਿਆ ਤੇ ਆਪਾਂ ਲੁਕ ਕੇ ਜੀ ਰਹੀਏ ਨਹੀਂ। ਇਹ ਬਾਹਰ ਨਿਕਲੇ, ਇਹਨਾਂ ਨੇ ਇੱਕ ਰੁੱਖ ਵੱਢਿਆ ਤੇ ਜਿਹੜਾ ਇਹ ਸ਼ਾਹੀ ਸੜਕ ਸੀ, ਉਹ ਸੜਕ ਨੂੰ ਉਸ ਰੁੱਖ ਦੇ ਨਾਲ ਜਾਮ ਕਰ ਦਿੱਤਾ। ਉਹ ਜਿਹੜਾ ਵੀ ਸਮਾਨ ਲੱਗੇ ਗੰਡੇ ਤੋਂ, ਉਹਨਾਂ ਨੇ ਟੈਕਸ ਲਾਣਾ ਸ਼ੁਰੂ ਕਰ ਦਿੱਤਾ। ਸਰਕਾਰੇ ਦਰਬਾਰੇ ਖਬਰਾਂ ਪਹੁੰਚ ਗਈਆਂ ਵੀ ਇਸ ਤਰ੍ਹਾਂ ਗੁਰੂ ਕੇ ਸਿੱਖਾਂ ਨੇ ਰਾਹ ਜਾਮ ਕਰ ਦਿੱਤਾ ਹੈ। ਤੇ ਨਾਲ ਬਚਨ ਕਿਹਾ, ਜਾ ਕੇ ਕਹਿ ਦੇ ਭਾਬੀ ਖਾਨੋ ਨੂੰ, ਭਾਬੀ ਖਾਨੋ ਮਤਲਬ ਜ਼ਕਰੀਆ ਖਾਨ, ਉਹਨੂੰ ਭਾਬੀ ਖਾਨ ਕਹਿ ਕੇ ਉਹਨਾਂ ਨੇ ਬਚਨ ਕਹੇ। ਇਤਿਹਾਸ ਵਿੱਚ ਮਜ਼ਾਕ ਦੇ ਤੌਰ ਤੇ ਬਚਨ ਕੇ ਵੀ ਜਾ ਕੇ ਕਹਿ ਦਿਓ, ਜਿਹੜਾ ਕਹਿੰਦਾ ਸਿੱਖਾਂ ਦਾ ਖੁਰਾ ਖੋਜ ਮਿਟਾ ਦਿੱਤਾ, ਸਿੱਖਾਂ ਨੂੰ ਮਿਟਾਉਣਾ ਇੰਨਾ ਸੌਖਾ ਨਹੀਂ। ਐਸੀਆਂ ਅਸੀਸਾਂ ਸਿੱਖੀ ਦੀ ਖਿੱਲਤ ਭੇਜੀ ਗਈ ਜ਼ਕਰੀਆ ਖਾਨ ਵੱਲੋਂ ਵੀ ਕਿਸੇ ਤਰੀਕੇ ਨਾਲ ਸਿੱਖਾਂ ਨਾਲ ਫਿਰ ਰਾਬਤਾ ਬਣ ਜਾਏ। ਜੇ ਮਾਰ ਕੇ ਵੀ ਗੱਲ ਨਹੀਂ ਬਣਦੀ ਤੇ ਕਿਸੇ ਤਰੀਕੇ ਨਾਲ ਇਹਨਾਂ ਨੂੰ ਜਗੀਰ ਦੀਆਂ ਮਲਕੀਅਤ ਦੀਆਂ ਖਿੱਲਤਾਂ ਦੇ ਕੇ ਇਹਨਾਂ ਨੂੰ ਆਪਣੇ ਵੱਸ ਕਰ ਲਵੋ। ਇਹ ਵੀ ਧਿਆਨ ਦੇਣਾ, ਇੱਕ ਪੈਂਤੜਾ ਹੁੰਦਾ ਏ ਸੰਸਾਰ ਦੀ ਹਕੂਮਤ ਦਾ, ਸਰਕਾਰਾਂ ਦਾ, ਵੀ ਜਿੱਥੇ ਜ਼ੋਰ ਨਹੀਂ ਚੱਲਦਾ ਫਿਰ ਉੱਥੇ ਚਲਾਕੀਆਂ ਵਰਤੀਆਂ ਜਾਂਦੀਆਂ ਨੇ। ਚਲਾਕੀਆਂ ਵਰਤੀਆਂ ਗਈਆਂ, ਪਰ ਇਹਨਾਂ ਦੀਆਂ ਚਲਾਕੀਆਂ ਵੀ ਕੰਮ ਨਾ ਆਈਆਂ। ਭਾਈ ਮਨੀ ਸਿੰਘ ਜੀ ਉਹ ਸਮੇਂ-ਸਮੇਂ ਤੇ ਯਤਨ ਕਰਦੇ ਰਹੇ ਸਿੱਖ ਪੰਥ ਨੂੰ ਫਿਰ ਦੁਬਾਰਾ ਇਕੱਠਾ ਕਰਨ ਦੇ ਲਈ। 1621 ਈਸਵੀ 1721 ਨੂੰ ਮਾਫ ਕਰਿਆ 1721 ਨੂੰ ਇੱਕ ਮਾਤਾ ਸੁੰਦਰ ਕੌਰ ਜੀ ਕੋਲ ਇੱਕ ਖਬਰ ਪਹੁੰਚੀ ਕਿ ਤਤ ਖਾਲਸਾ ਤੇ ਬੰਦਈ ਖਾਲਸਾ ਆਪਸ ਵਿੱਚ ਲੜਦੇ ਨੇ। ਮਾਤਾ ਜੀ ਇਹਨਾਂ ਦੀ ਸੁਲ੍ਹਾ ਕਰਾਓ ਕਿਸੇ ਤਰੀਕੇ ਨਾਲ। ਬੜੇ ਕਰਨੀ ਵਾਲੇ ਸਿੱਖਾਂ ਨੇ ਆ ਕੇ ਸਮਝਾਉਣ ਦਾ ਯਤਨ ਕੀਤਾ ਹੈ, ਪਰ ਇਹ ਦੋਵੇਂ ਧਿਰਾਂ ਆਪਸ ਵਿੱਚ ਮੰਨਦੀਆਂ ਕੋਈ ਨਹੀਂ। ਤਤ ਖਾਲਸਾ ਜਿਹੜਾ ਹੈ ਉਹ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਬੁਲਾਉਂਦਾ ਸੀ ਜਦੋਂ ਆਪਸ ਵਿੱਚ, ਕਿਉਂਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬੋਲ ਸਨ। ਤੇ ਜਿਹੜਾ ਬੰਦਈ ਖਾਲਸਾ ਸੀ ਉਹ ਫਤਿਹ ਦਰਸ਼ਨ ਕਹਿੰਦਾ ਸੀ ਜਦੋਂ ਆਪਸ ਵਿੱਚ ਮਿਲਦੇ ਸਨ, ਤੇ ਇੱਕ ਦੂਜੇ ਨੂੰ ਕਹਿੰਦੇ ਸਨ ਫਤਿਹ ਦਰਸ਼ਨ। ਇਹਨਾਂ ਦਾ ਆਪਸ ਵਿੱਚ ਵਿਵਾਦ, ਕਿਉਂਕਿ ਜਿਹੜਾ ਬੰਦਈ ਖਾਲਸਾ ਸੀ ਇਹਦਾ ਜਿਹੜਾ ਆਗੂ ਸੀ ਅਮੀਰ ਸਿੰਘ। ਇਹ ਜਿਹੜਾ ਇਹਦਾ ਆਗੂ ਸੀ, ਇਹਦੇ ਸੰਧਾ ਵਾਲੀਆ, ਇਹਦੇ ਆਗੂ ਨੇ ਇੱਕ ਗੱਲ ਝੂਠੀ ਖਬਰ ਫੈਲਾ ਦਿੱਤੀ ਸੀ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਆਪਣੀ ਥਾਂ ਤੇ ਗੁਰੂ ਦੀ ਥਾਪਨਾ ਦੇ ਕੇ ਪੰਜਾਬ ਦੀ ਧਰਤੀ ਤੇ ਭੇਜਿਆ। ਇਹ ਸਮਾਂ ਪਾ ਕੇ, ਕਿਉਂਕਿ ਹਰਮੰਦਰ ਸਾਹਿਬ ਜੀ ਦੀ ਸੇਵਾ ਇਹਨਾਂ ਦੇ ਕੋਲੋਂ ਸੀ, ਇਹ ਸਮਾਂ ਪਾ ਕੇ ਹਰਮੰਦਰ ਸਾਹਿਬ ਜੀ ਦੇ ਅੰਦਰ ਗੱਦੀਆਂ ਲਾ ਕੇ ਬਹਿਣ ਲੱਗ ਪਿਆ। ਇਹ ਆਪਣੇ ਆਪ ਨੂੰ ਕਹਿੰਦਾ ਸੀ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਵੀ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਉਹਨਾਂ ਦੀ ਗੱਦੀ ਮੈਂ ਚਲਾਵਾਂਗਾ। ਇਹਨੇ ਪੰਥ ਦੇ ਅੰਦਰ ਬੜੇ ਦੁਫੇੜ ਪਾਏ। ਇਹ ਕਹਿੰਦਾ ਸੀ ਵੀ ਇੱਥੇ ਤਾਂ ਅੰਮ੍ਰਿਤਸਰ ਦੇ ਅੰਦਰ ਸਾਡੀ ਗੱਲਬਾਤ ਚੱਲੇਗੀ, ਅਸੀਂ ਜੋ ਕਵਾਂਗੇ ਹੋਏਗਾ, ਪਰ ਜਿਹੜੇ ਤਤ ਖਾਲਸੇ ਵਾਲੇ ਸੁਣ ਕਹਿੰਦੇ ਸਨ ਤੁਹਾਡੀ ਗੱਲ ਨਹੀਂ ਚੱਲੇਗੀ। ਆਪਸ ਵਿੱਚ ਕਾਫੀ ਲੜਾਈਆਂ ਹੋਣ ਲੱਗੀਆਂ। ਮਾਤਾ ਸੁੰਦਰੀ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਭੇਜਿਆ ਵੀ ਤੁਸੀਂ ਜਾਓ ਇਹਨਾਂ ਦੀ ਸੁਲ੍ਹਾ ਕਰਾਓ। ਤੁਸੀਂ ਵੇਖੋ ਵੀ ਭਾਈ ਮਨੀ ਸਿੰਘ ਜੀ ਦਾ ਕਿੰਨਾ ਸਤਿਕਾਰ ਹੋਏਗਾ। ਜਿਹੜੀਆਂ ਦੋ ਧਿਰਾਂ ਆਪਸ ਵਿੱਚ ਲੜਦੀਆਂ ਪਈਆਂ ਨੇ, ਜਦੋਂ ਭਾਈ ਮਨੀ ਸਿੰਘ ਜੀ ਆਏ ਉਹਨਾਂ ਨੇ ਆਖਿਆ ਵੀ ਜੋ ਫੈਸਲਾ ਭਾਈ ਮਨੀ ਸਿੰਘ ਜੀ ਕਰਨਗੇ ਸਾਨੂੰ ਪ੍ਰਵਾਨ ਹੋਏਗਾ। ਭਾਈ ਮਨੀ ਸਿੰਘ ਜੀ ਨੇ ਆਖਿਆ ਵੀ ਫੈਸਲਾ ਕਿਵੇਂ ਕੀਤਾ ਜਾਏ। ਭਾਈ ਮਨੀ ਸਿੰਘ ਜੀ ਦੋਨਾਂ ਧਿਰਾਂ ਦੇ ਆਗੂਆਂ ਨੂੰ ਬਾਹਰ ਜਿੱਥੇ ਹਰ ਕੀ ਪੌੜੀ ਹੈ ਨਾ ਦਰਬਾਰ ਸਾਹਿਬ, ਉਸ ਥਾਂ ਤੇ ਲੈ ਕੇ ਚਲੇ ਗਏ ਤੇ ਦੋ ਪਰਚੀਆਂ ਲਿਖੀਆਂ। ਇੱਕ ਪਰਚੀ ਤੇ ਲਿਖਿਆ ਫਤਿਹ ਦਰਸ਼ਨ, ਦੂਜੀ ਪਰਚੀ ਤੇ ਲਿਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹ ਦੋ ਪਰਚੀਆਂ ਸਰੋਵਰ ਦੇ ਅੰਦਰ ਪਾਈਆਂ ਗਈਆਂ ਤੇ ਭਾਈ ਮਨੀ ਸਿੰਘ ਨੇ ਅਰਦਾਸ ਕੀਤੀ, ਕਹਿਣ ਲੱਗੇ ਸਤਿਗੁਰੂ ਆਪਣੇ ਪੰਥ ਦੀ ਲਾਜ ਤੁਸੀਂ ਆਪ ਰੱਖੋ,
ਕਿਰਪਾ ਕਰੋ ਜਿਨ੍ਹਾਂ ਦੇ ਕੋਲੋਂ ਦਰਬਾਰ ਸਾਹਿਬ ਜੀ ਦੀ ਸੇਵਾ ਸੰਭਾਲ ਆਣੀ ਹੈ, ਕਿਰਪਾ ਕਰਕੇ ਉਹ ਪਰਚੀ ਸਰੋਵਰ ਦੇ ਵਿੱਚੋਂ ਬਾਹਰ ਨਿਕਲ ਆਏ। ਧਿਆਨ ਦੇਣਾ, ਉਹ ਪਰਚੀ ਡੁੱਬੇ ਨਾ। ਹੁਣ ਇਹ ਬੜੀ ਵੱਡਾ, ਕਿਉਂਕਿ ਅੱਜ ਦਾ ਜਿਹੜਾ ਸਿੱਖ ਉਹ ਇਹਨਾਂ ਗੱਲਾਂ ਤੇ ਵਿਸ਼ਵਾਸ ਨਹੀਂ ਕਰਦਾ, ਪਰ ਸੱਚ ਹੈ ਵੀ ਜਿਹੜੇ ਕਰਨੀ ਵਾਲੇ ਗੁਰਸਿੱਖ ਨੇ ਉਹਨਾਂ ਦਾ ਫੇਥ ਇੰਨਾ ਸੀ ਗੁਰੂ ਤੇ, ਇੰਨਾ ਵਿਸ਼ਵਾਸ ਕਰਦੇ ਸਨ। ਉਹ ਕਹਿੰਦੇ ਸਨ ਮੇਰੇ ਸਤਿਗੁਰੂ ਜੀ ਸੱਚ ਹੈ, ਜੋ ਤੂੰ ਹੁਕਮ ਕਰੇਗਾ ਸਾਨੂੰ ਉਹ ਪ੍ਰਵਾਨ ਹੈ। ਇਹ ਕਿਉਂਕਿ ਗੱਲ ਇੱਥੇ ਨਹੀਂ, ਜਦੋਂ ਅਸੀਂ ਖਾਸ ਕਰਕੇ 1921 ਦੀ ਗੱਲ ਕਰ ਲਓ ਤੁਸੀਂ, ਜਦੋਂ ਨਨਕਾਣਾ ਸਾਹਿਬ ਜੀ ਦਾ ਸਾਕਾ ਵਾਪਰਿਆ, ਮੈਂ ਖਿੰਨ ਮਾਤਰ ਬਾਹਰ ਨਿਕਲਿਆ ਤੇ ਤਾਂ ਕਿ ਗੱਲ ਹੋਰ ਸਮਝ ਵਿੱਚ ਆਏ। ਜਦੋਂ ਅਸੀਂ ਨਨਕਾਣਾ ਸਾਹਿਬ ਜੀ ਦੇ ਸਾਕੇ ਦੀ ਗੱਲ ਕਰਨੇ ਆ, ਇੱਥੇ ਜਦੋਂ ਮਸੰਦ ਆ ਕੇ ਦਰਬਾਰ ਸਾਹਿਬ ਉਹਨਾਂ ਨੇ ਆਪਣਾ ਕਬਜ਼ਾ ਕਰ ਲਿਆ ਸੀ, ਤੇ ਜਿਸ ਵੇਲੇ ਇੱਥੇ ਗੁਰੂ ਕੇ ਪਿਆਰ ਵਾਲੇ ਭਾਈ ਤੇਜਾ ਸਿੰਘ ਜੀ, ਭਾਈ ਕੇਸਰ ਸਿੰਘ ਜੀ, ਜਦੋਂ ਇਹ ਗੁਰੂ ਦੇ ਚਰਨਾਂ ਵਿੱਚ ਭਾਈ ਲਾਲ ਸਿੰਘ ਜੀ ਲੈਲਪੁਰੀ ਇਹ ਆਏ, ਇਹਨਾਂ ਨੇ ਦਰਬਾਰ ਸਾਹਿਬ ਦੇ ਅੰਦਰ ਆ ਕੇ ਜਦੋਂ ਉਹਨਾਂ ਨੇ ਅਰਦਾਸ ਕਰਨ ਤੋਂ ਮਨਾ ਕਰ ਦਿੱਤਾ ਵੀ ਇਹ ਨੀਵੀਂ ਜਾਤ ਦਾ ਦੀ ਅਰਦਾਸ ਨਹੀਂ ਹੋਏਗੀ, ਤੇਜਾ ਸਿੰਘ ਸਮੁੰਦਰੀ ਜਿਹੜੇ ਆਏ ਸਨ, ਇਹਨਾਂ ਨੇ ਅਰਦਾਸ ਕਰਨ ਦੀ ਗੱਲ ਕੀਤੀ ਤੇ ਅਰਦਾਸ ਤੋਂ ਮਨਾ ਕੀਤਾ। ਇੱਥੇ ਸਿੱਖਾਂ ਨੇ ਅਰਦਾਸ ਆਪ ਕੀਤੀ, ਇੱਥੇ ਸਿੱਖ ਪੰਥ ਇਕੱਠਾ ਹੋਣ ਲੱਗਾ ਤੇ ਜਿਹੜੇ ਅੰਦਰ ਮਸੰਦ ਸਨ ਉਹ ਡਰ ਗਏ। ਉਹਨਾਂ ਨੇ ਆਖਿਆ ਵੀ ਇੱਥੇ ਤੇ ਕਬਜ਼ਾ ਸਾਡਾ ਹੈ ਕਈ ਸਾਲਾਂ ਤੋਂ, ਜੇ ਸਿੱਖ ਆ ਗਏ ਤੇ ਕਬਜ਼ਾ ਕਰ ਲੈਣਗੇ। ਇਹਨਾਂ ਨੇ ਆਖਿਆ ਵੀ ਕੀ ਤਰੀਕਾ ਵਰਤਿਆ ਜਾਏ। ਇਹਨਾਂ ਨੇ ਆਪਣਾ ਜ਼ੋਰ ਚਲਾਉਣਾ ਸ਼ੁਰੂ ਕੀਤਾ, ਸਿੱਖਾਂ ਨੂੰ ਇਹਨਾਂ ਤੇ ਜ਼ੋਰ ਅਜਮਾਈ ਕੀਤੀ, ਪਰ ਜਦੋਂ ਗੱਲ ਨਾ ਬਣੀ, ਖਾਲਸਾ ਪੰਥ ਇਕੱਠਾ ਹੋਣ ਲੱਗਾ ਤੇ ਖਾਲਸੇ ਨੇ ਆਖਿਆ ਵੀ ਚਲੋ ਤੁਹਾਡੀ ਵੀ ਗੱਲ ਰਹਿ ਜਾਏਗੀ, ਸਾਡੀ ਵੀ ਰਹਿ ਜਾਏਗੀ, ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰਕੇ ਗੁਰੂ ਦਾ ਹੁਕਮ ਲੈ ਲੈਂਦੇ ਹਾਂ। ਜੇ ਗੁਰੂ ਕਹੇਗਾ ਵੀ ਅਰਦਾਸ ਹੋਣੀ ਚਾਹੀਦੀ ਹੈ ਤੇ ਅਰਦਾਸ ਹੋਏਗੀ, ਜੇ ਗੁਰੂ ਕਹੇਗਾ ਨਹੀਂ ਹੋਣੀ ਚਾਹੀਦੀ ਤੇ ਨਹੀਂ ਹੋਏਗੀ। ਵਿਸ਼ਵਾਸ ਦੀ ਗੱਲ ਹੈ ਨਾ। ਹੁਣ ਇਹਨਾਂ ਨੇ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ ਤੇ ਅਰਦਾਸ ਕਰਕੇ ਜਦੋਂ ਹੁਕਮ ਲਿਆ ਤੇ ਸਾਹਿਬਾਂ ਦਾ ਹੁਕਮ ਸੁਹੀ ਰਾਗ ਦਾ ਸ਼ਬਦ ਨਿਗੁਣਿਆਂ ਨੂੰ ਆਪੇ ਬਖਸ਼ ਲਏ। ਮੇਰੇ ਸਤਿਗੁਰੂ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਮੁਬਾਰਕ ਬੋਲ ਕਿ ਮੇਰੇ ਸਤਿਗੁਰੂ ਜੀ ਜਿਹੜੇ ਸੰਸਾਰ ਦੇ ਅੰਦਰ ਕਿਤੇ ਨਹੀਂ ਬਖਸ਼ੇ ਜਾਂਦੇ, ਤੁਹਾਡੀ ਸ਼ਰਨ ਵਿੱਚ ਆਉਣ ਤੇ ਬਖਸ਼ੇ ਜਾਂਦੇ ਨੇ। ਇਹ ਦਰਬਾਰ ਸਾਹਿਬ ਦਾ ਆਪਣੇ ਆਪ ਮਸੰਦ ਛੱਡ ਕੇ ਭੱਜ ਗਏ ਸਨ। ਮੈਂ ਸਿਰਫ ਇਸ ਕਰਕੇ ਬੇਨਤੀ ਕੀਤੀ ਹੈ ਵੀ ਜਿਨ੍ਹਾਂ ਦਾ ਭਰੋਸਾ ਹੈ, ਜਦੋਂ ਪਰਚੀਆਂ ਪਾਈਆਂ ਗਈਆਂ ਤੇ ਇਤਿਹਾਸ ਲਿਖਦਾ ਉਹਦੇ ਵਿੱਚੋਂ ਪਰਚੀ ਜਿਹੜੀ ਉਹ ਵਾਹਿਗੁਰੂ ਜੀ ਕੀ ਫਤਿਹ ਵਾਲੀ ਪਰਚੀ ਬਾਹਰ ਆ ਗਈ। ਤਤ ਖਾਲਸੇ ਨੂੰ ਭਾਈ ਮਨੀ ਸਿੰਘ ਨੇ ਆਖਿਆ ਵੀ ਉਹ ਦਰਬਾਰ ਸਾਹਿਬ ਜੀ ਦੀ ਸੇਵਾ ਦਿੱਤੀ ਜਾਏਗੀ। ਇਸ ਝਗੜੇ ਨੂੰ ਭਾਈ ਮਨੀ ਸਿੰਘ ਜੀ ਨੇ ਤੇ ਸੁਲਝਾਇਆ। ਉਸ ਤੋਂ ਬਾਅਦ ਭਾਈ ਮਨੀ ਸਿੰਘ ਜੀ ਨੇ ਸਮੇਂ-ਸਮੇਂ ਤੇ ਸਿੱਖਾਂ ਦਾ ਇਕੱਠ ਕਰਨਾ ਸ਼ੁਰੂ ਕੀਤਾ, ਕਿਉਂਕਿ ਜੇ ਸਿੱਖ ਸੰਗਤਾਂ ਇਕੱਠੀਆਂ ਹੁੰਦੀਆਂ ਰਹਿਣਗੀਆਂ, ਗੁਰਮਤਾ ਹੋਏਗਾ ਕਿਸੇ ਗੱਲ ਤੇ ਆਪਸੀ ਸਾਂਝ ਬਣੀ ਰਹੇਗੀ ਤੇ ਸਿੱਖ ਪੰਥ ਚੜ੍ਹਦੀ ਕਲਾ ਵਿੱਚ ਜਾਏਗਾ। ਸਾਧ ਸੰਗਤ ਇਹ ਬੜਾ ਜ਼ਰੂਰੀ ਹੈ। ਅੱਜ ਜੇ ਕਿਸੇ ਪੰਥ ਦੇ ਅੰਦਰ ਕੋਈ ਨਿਰਣਾ ਲੈਣਾ ਹੋਵੇ, ਅਸੀਂ ਸ਼੍ਰੋਮਣੀ ਕਮੇਟੀ ਨੂੰ ਅਥਾਰਟੀ ਦਿੱਤੀ ਹੋਈ ਹੈ। ਧਿਆਨ ਦੇਣਾ, ਅਸੀਂ ਕਹਿੰਦੇ ਹਾਂ ਜੋ ਸ਼੍ਰੋਮਣੀ ਕਮੇਟੀ ਨਿਯਤ ਕਰ ਦੇ, ਜੋ ਅਕਾਲ ਤਖਤ ਤੋਂ ਹੁਕਮ ਆ ਜਾਏ, ਕਿਉਂਕਿ ਅਕਾਲ ਤਖਤ ਸਰਵੋਪਰੀ ਹੈ। ਜੋ ਅਕਾਲ ਤਖਤ ਤੋਂ ਹੁਕਮ ਆਏਗਾ, ਪਰ ਜਿਹੜੇ ਕੌਮ ਦੇ ਮਸਲੇ ਨੇ ਸੱਚ ਵਿੱਚ ਉਹ ਉਦੋਂ ਹੀ ਨਿਯਤ ਸਾਂਝੇ ਕੀਤੇ ਜਾਂਦੇ ਨੇ, ਕਿਸੇ ਨਿਰਣੇ ਤੇ ਪਹੁੰਚਦੇ ਨੇ ਜਦੋਂ ਸਰਬੱਤ ਖਾਲਸਾ ਸੱਦ ਕੇ ਗੁਰਮਤਾ ਕੀਤਾ ਜਾਏ। ਆਪ ਜਦੋਂ ਸਿੱਖ ਰਹਿਤ ਮਰਿਆਦਾ ਪੜ੍ਹਦੇ ਹੋ, ਉਹਦੇ ਵਿੱਚ ਗੁਰਮਤਾ ਕਰਨ ਦੀ ਵਿਧੀ ਵੀ ਦੱਸੀ ਹੋਈ ਵੀ ਗੁਰਮਤਾ ਕਿਵੇਂ ਕੀਤਾ ਜਾਂਦਾ ਹੈ। ਜਦੋਂ ਗੁਰਮਤਾ ਕੀਤਾ ਜਾਏ, ਪਰ ਸੱਚ ਹੈ ਅੱਜ ਸਰਕਾਰ ਦਾ ਡੰਡਾ ਹੈ, ਗੁਰਮਤਾ ਕਰਨ ਦੀ ਗੱਲ ਵੀ ਕੀਤੀ ਜਾਏ ਤੇ ਨਿਰਣੇ ਅੰਦਰੋਂ ਅੰਦਰ ਲੈ ਕੇ ਪੰਥ ਤੇ ਥੋਪ ਦਿੱਤੇ ਜਾਂਦੇ ਨੇ। ਗੁਰਮਤਾ ਹੁੰਦਾ ਹੀ ਕੋਈ ਨਹੀਂ। ਗੁਰਮਤਾ ਦਾ ਮਤਲਬ ਹੈ ਸਿੱਖ ਸੰਗਤ ਨੂੰ ਇਕੱਠਾ ਕੀਤਾ ਜਾਏ, ਉੱਥੇ ਸਾਂਝੇ ਤੌਰ ਤੇ ਸਿੱਖ ਪੰਥ ਦੇ ਮਸਲੇ ਰੱਖੇ ਜਾਣ ਤੇ ਉਹਨਾਂ ਮਸਲਿਆਂ ਤੇ ਵਿਚਾਰ ਚਰਚਾ ਕੀਤੀ ਜਾਏ, ਤੇ ਜਿਹੜੀ ਵਿਚਾਰ ਚਰਚਾ ਪ੍ਰਗਟ ਹੋਏ ਉਹਨੂੰ ਸਿੱਖ ਪੰਥ ਦੇ ਸਾਹਮਣੇ ਰੱਖਿਆ ਜਾਏ ਤੇ ਸਿੱਖ ਪੰਥ ਦੀ ਅਗਵਾਈ ਤੋਂ ਬਾਅਦ, ਹੁਕਮ ਤੋਂ ਬਾਅਦ ਉਹ ਪੰਥ ਦੇ ਵਿੱਚ ਲਾਗੂ ਕੀਤੇ ਜਾਣ। ਪਰ ਐਸਾ ਅੱਜ ਸਿਸਟਮ ਖਤਮ ਹੋ ਗਿਆ, ਕਿਉਂਕਿ ਅਸੀਂ ਉਹਨਾਂ ਚੀਜ਼ਾਂ ਨੂੰ ਸਮਝਣ ਤੋਂ ਆਮ ਸਿੱਖ ਇਹ ਸੋਚਣ ਲੱਗ ਪਿਆ ਵੀ ਮੈਂ ਕੀ ਲੈਣਾ ਹੈ ਜੀ, ਜਿਹੜੇ ਮਸਲੇ ਨੇ ਪੰਥ ਦੇ, ਪੰਥ ਆਪਣੇ ਆਪ ਨਿਬੇੜੇਗਾ। ਸੱਚ ਜਾਣਿਓ, ਪੰਥ ਦਾ ਮਸਲਾ ਪੰਥ ਦਾ ਨਹੀਂ, ਉਹ ਹਰ ਸਿੱਖ ਦਾ ਮਸਲਾ ਹੈ। ਇਹ ਜੇ ਸਿੱਖ ਇਸ ਗੱਲ ਨੂੰ ਅੱਜ ਨਾ ਸਮਝਿਆ ਤੇ ਆਉਣ ਵਾਲੇ ਸਮੇਂ ਵਿੱਚ ਸਮਝਣਾ ਪਏਗਾ, ਕਿਉਂਕਿ ਸੱਚ ਵਿੱਚ ਜਿੱਦਨ ਮਾਰ ਪੈਂਦੀ ਉਦਨ ਕਿਸੇ ਇਕੱਲੇ ਪੰਥ ਨੂੰ ਨਹੀਂ, ਪੰਥ ਦੇ ਅੰਦਰ ਸਾਰੇ ਆ ਜਾਂਦੇ ਨੇ, ਸਾਰਿਆਂ ਨੂੰ ਪੈਂਦੀ ਹੈ। ਉਦੋਂ ਇੱਕ ਬੰਦੇ ਦੀ ਗੱਲ ਨਹੀਂ, ਉਦਨ ਸਾਰਿਆਂ ਨੂੰ ਉਸ ਜਗ੍ਹਾ ਤੇ ਖੜਾ ਹੋਣਾ ਪੈਂਦਾ ਹੈ। ਖੈਰ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ
ਸਮੇਂ ਸਮੇਂ ਤੇ ਸਿੱਖ ਪੰਥ ਨੂੰ ਇਕੱਤਰ ਕੀਤਾ। 1734 ਦੇ ਅੰਦਰ ਜਿਹੜੀ ਦੀਵਾਲੀ ਦਾ ਦਿਨ ਸੀ, ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਸਮੁੱਚੇ ਖਾਲਸੇ ਪੰਥ ਦੀ ਇਕੱਤਰਤਾ ਬੁਲਾਉਣ ਦਾ ਮਨ ਬਣਾਇਆ ਵੀ ਇੱਕ ਵੱਡੀ ਗਿਣਤੀ ਵਿੱਚ ਜਿੰਨੇ ਖਾਲਸੇ ਪੰਥ ਦੇ ਵੱਡੇ ਆਗੂ ਨੇ, ਸੰਗਤਾਂ ਨੇ, ਉਹ ਹਰਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਇਕੱਠੀਆਂ ਹੋਣ। ਪਰ ਜ਼ਕਰੀਆ ਖਾਨ ਨੇ ਆਖਿਆ ਵੀ ਤੁਸੀਂ ਇਕੱਤਰਤਾ ਨਹੀਂ ਬੁਲਾ ਸਕਦੇ। ਤੇ ਭਾਈ ਮਨੀ ਸਿੰਘ ਨੇ ਸਰਕਾਰ ਨਾਲ ਗੱਲਬਾਤ ਕੀਤੀ। ਮੁੜ ਕੇ ਨਿਰਣਾ ਕੀਤਾ ਗਿਆ ਵੀ ਤੁਹਾਨੂੰ ਘੱਟ ਤੋਂ ਘੱਟ ਵੀ 10,000 ਟਕਾ ਜਿਹੜਾ ਉਹ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਨਾ ਪਏਗਾ। ਕਿਸੇ ਨੇ 5,000 ਲਿਖਿਆ, ਕਿਸੇ ਨੇ 10,000 ਟਕਾ ਲਿਖਿਆ, ਕਿਸੇ ਨੇ ਦੀ ਗਿਣਤੀ ਰੁਪਈਆਂ ਦੇ ਵਿੱਚ ਕੀਤੀ ਹੈ 1 ਲੱਖ ਰੁਪਈਆ। ਭਾਈ ਮਨੀ ਸਿੰਘ ਜੀ ਮੰਨ ਗਏ ਵੀ ਚਲੋ ਜੇ ਮਾਇਆ ਦੇ ਕੇ ਵੀ ਪੰਥ ਇਕੱਠਾ ਹੋ ਜਾਏ ਤੇ ਚੰਗੀ ਗੱਲ ਹੈ। ਮਾਇਆ ਦੇਣੀ ਮੰਨ ਲਈ, ਅੱਧੀ ਮਾਇਆ ਦਿੱਤੀ ਗਈ। ਪਹਿਲੋਂ ਸਾਰੇ ਪੰਥ ਵਿੱਚ ਭਾਈ ਮਨੀ ਸਿੰਘ ਜੀ ਨੇ ਚਿੱਠੀਆਂ ਭੇਜ ਦਿੱਤੀਆਂ। ਭਾਈ ਮਨੀ ਸਿੰਘ ਜੀ ਦੇ ਸੱਦੇ ਤੇ ਸਾਰਾ ਸਿੱਖ ਪੰਥ ਇਕੱਠਾ ਹੋਣਾ ਸੀ। ਇਧਰ ਜ਼ਕਰੀਆ ਖਾਨ ਦੇ ਸਾਹਮਣੇ ਜਿਹੜਾ ਲਖਪਤ ਰਾਏ ਸੀ, ਧਿਆਨ ਦੇਣਾ, 2 ਭਰਾ ਸਨ, ਇੱਕ ਲਖਪਤ ਰਾਏ ਤੇ ਇੱਕ ਜਸਪਤ ਰਾਏ। ਆਪ ਵਿੱਚੋਂ ਜਿਨ੍ਹਾਂ ਸਿੱਖਾਂ ਨੇ ਇਤਿਹਾਸ ਪੜ੍ਹਿਆ ਉਹਨਾਂ ਨੂੰ ਪਤਾ ਹੋਏਗਾ। ਜਸਪਤ ਰਾਏ ਇਹ ਜਿਹੜਾ ਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਸਥਾਨ ਹੈ ਰੋੜੀ ਸਾਹਿਬ, ਜਿੰਦਾ ਜ਼ਿਕਰ ਭਾਈ ਸਾਹਿਬ ਭਾਈ ਗੁਰਦਾਸ ਨੇ ਕੀਤਾ ਹੈ ਵੀ ਰੋੜਾਂ ਕੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ, ਵੱਡੇ ਪਾਗ ਹਰਸ਼ਿਓ ਵਡਿਆਈ। ਜਿਹੜਾ ਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਗੁਰਦੁਆਰਾ ਹੈ, ਸਿੱਖ ਸੰਗਤਾਂ ਇੱਥੇ ਆਈਆਂ। ਜਦੋਂ ਸਿੱਖ ਆਏ ਤੇ ਜਸਪਤ ਰਾਏ ਨੇ ਸਿੱਖਾਂ ਤੇ ਆਖਿਆ ਵੀ ਤੁਹਾਡੇ ਕੇਸਾਂ ਦੇ ਮੈਂ ਰੱਸੇ ਬਣਾ ਕੇ ਤੇ ਆਪਣੇ ਘੋੜਿਆਂ ਨੂੰ ਲਗਾਮ ਬਣਾ ਕੇ ਪਾਵਾਂਗਾ। ਸਿੱਖਾਂ ਨੂੰ ਬੜਾ ਗੁੱਸਾ ਆਇਆ ਵੀ ਇਹ ਕੌਣ ਹੁੰਦਾ ਐਸੀ ਗੱਲ ਕਹਿਣ ਵਾਲਾ। ਇਹ ਲੜਨ ਆਇਆ ਤੇ ਇਹਦੀ ਮੌਤ ਹੋਈ, ਇਹਦਾ ਸਿਰ ਵੱਢ ਦਿੱਤਾ ਸਿੱਖਾਂ ਨੇ ਜਸਪਤ ਰਾਏ ਦਾ। ਤੇ ਲਖਪਤ ਰਾਏ ਨੇ ਆਪਣੇ ਭਰਾ ਦੇ ਧੜ ਕੋਲੋਂ ਖੜੇ ਹੋ ਕੇ ਗੱਲ ਆਖੀ ਸੀ, ਸਿੱਖ ਪੰਥ ਦੀ ਨੀਂਹ ਇੱਕ ਧੰਨ ਗੁਰੂ ਨਾਨਕ ਸਾਹਿਬ ਜੀ ਜਿਹੜੇ ਛਤਰੀ ਸਨ, ਖੱਤਰੀ ਸਨ, ਉਹਨਾਂ ਰੱਖੀ ਤੇ ਮੈਂ ਵੀ ਇੱਕ ਖੱਤਰੀ ਹਾਂ। ਸਿੱਖ ਪੰਥ ਦੀ ਨੀਂਹ ਰੱਖਣ ਵਾਲਾ ਵੀ ਖੱਤਰੀ ਸੀ ਤੇ ਸਿੱਖ ਪੰਥ ਨੂੰ ਮਿਟਾਉਣ ਵਾਲਾ ਵੀ ਇੱਕ ਖੱਤਰੀ ਹੋਏਗਾ। ਇਹਨੇ ਗੱਲ ਕਹੀ ਸੀ ਲਖਪਤ ਰਾਏ ਨੇ। ਇਹ ਲਖਪਤ ਰਾਏ ਨੇ ਬਚਨ ਕਹੇ ਜਾ ਕੇ ਜ਼ਕਰੀਆ ਖਾਨ ਨੂੰ ਵੀ ਸਮਾਂ ਬੜਾ ਸੋਹਣਾ ਹੈ, ਚੰਗਾ ਹੋਏਗਾ ਜੇ ਤੂੰ ਸਾਰਾ ਸਿੱਖ ਪੰਥ ਇਕੱਠਾ ਹੋਣਾ ਹੈ, ਸਾਰੇ ਵੱਡੇ ਵੱਡੇ ਆਗੂ ਆਣਗੇ, ਇੱਕੋ ਵਾਰੀ ਸਾਰਿਆਂ ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਧਰਤੀ ਤੇ ਇਕੱਠੇ ਹੋਇਆਂ ਨੂੰ ਆਪਣੀ ਫੌਜ ਭੇਜ ਕੇ ਤੇ ਖਤਮ ਕਰ ਦੇ, ਸਿੱਖ ਪੰਥ ਹੀ ਖਤਮ ਹੋ ਜਾਏਗਾ। ਭਾਈ ਮਨੀ ਸਿੰਘ ਜੀ ਨੂੰ ਪਤਾ ਲੱਗ ਗਿਆ। ਉਹਨਾਂ ਨੇ ਚਿੱਠੀਆਂ ਫਿਰ ਦੁਬਾਰਾ ਭੇਜੀਆਂ ਵੀ ਸਿੱਖ ਪੰਥ ਜੀ ਇਕੱਠੇ ਨਾ ਹੋਣਾ। ਪਰ ਫਿਰ ਵੀ ਕਈ ਸਿੱਖ ਜਿਹੜੇ ਸਨ, ਕਿਉਂਕਿ ਅੱਜ ਵਰਗੇ ਸਾਧਨ ਨਹੀਂ ਸਨ, ਫਿਰ ਵੀ ਕਈ ਸਿੱਖ ਜਿਹੜੇ ਦਰਬਾਰ ਸਾਹਿਬ ਪਹੁੰਚ ਗਏ। ਸਰੋਵਰ ਦੇ ਵਿੱਚ ਇਸ਼ਨਾਨ ਕਰਦਿਆਂ ਨੂੰ ਜ਼ਕਰੀਆ ਖਾਨ ਨੇ, ਇਹਦੀ ਫੌਜ ਨੇ ਵੱਢ ਟੁੱਕ ਕਰਕੇ ਉੱਥੇ ਸਿੱਖਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਭਾਈ ਮਨੀ ਸਿੰਘ ਜੀ ਨੇ ਆ ਕੇ ਫਿਰ ਬੇਨਤੀ ਕੀਤੀ ਵੀ ਇਹ ਤੂੰ ਗਲਤ ਕੀਤਾ ਹੈ। ਆ ਸਾਡੀ ਤੇਰੇ ਨਾਲ ਇਹ ਗੱਲ ਤੇ ਨਿਰਣਾ ਹੋਇਆ ਸੀ ਵੀ ਮਾਇਆ ਦੇਵਾਂਗੇ ਤੇ ਤੂੰ ਇਕੱਠ ਬੁਲਾਉਣ ਦੀ ਗੱਲ ਕਹੀ ਸੀ, ਪਰ ਇਹ ਆਪਣੀ ਗੱਲ ਤੋਂ ਤੂੰ ਮੁੱਕਰਿਆ ਹੈ। ਉਹਨੇ ਆਖਿਆ ਭਾਈ ਮਨੀ ਸਿੰਘ ਨੂੰ ਅੰਮ੍ਰਿਤਸਰ ਤੋਂ ਗ੍ਰਿਫਤਾਰ ਕਰ ਲਿਆ ਗਿਆ। ਗ੍ਰਿਫਤਾਰ ਕਰਕੇ ਲਾਹੌਰ ਲੈ ਜਾਂਦਾ ਗਿਆ ਤੇ ਨਾਲ ਬਚਨ ਕਹੇ ਵੀ ਜਾਂ ਤੇ ਮੁਸਲਮਾਨ ਬਣ ਜਾ, ਜਿਹੜੀ ਮਾਇਆ ਦੇਣ ਦੀ ਗੱਲ ਕੀਤੀ ਸੀ 10 ਲੱਖ ਟਕਾ ਉਹ ਮਾਇਆ ਜਮ੍ਹਾਂ ਕਰਾਓ, ਜੇ ਤੁਸੀਂ ਮੁਸਲਮਾਨ ਨਹੀਂ ਬਣੋਗੇ ਤੇ ਫਿਰ ਤੁਹਾਨੂੰ ਸ਼ਹੀਦ ਕਰ ਦਿੱਤਾ ਜਾਏਗਾ, ਤੁਹਾਨੂੰ ਮਾਰ ਦਿੱਤਾ ਜਾਏਗਾ। ਸ਼ਹੀਦ ਸ਼ਬਦ ਆਪਾਂ ਵਰਤਨੇ ਆ, ਪਰ ਉਹਨੇ ਥੋੜਾ ਆਖਿਆ ਹੋਏਗਾ ਵੀ ਸ਼ਹੀਦ ਕਰ ਦਿਆਂਗਾ। ਉਹਨੇ ਆਖਿਆ ਤੁਹਾਨੂੰ ਮਾਰ ਦਿੱਤਾ ਜਾਏਗਾ ਜੇ ਤੁਸੀਂ ਮੁਸਲਮਾਨ ਨਹੀਂ ਬਣੋਗੇ। ਖਾਨ ਕਹਿਆ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੂੰ, ਹੋ ਮੁਸਲਮਾਨ ਤਾਂ ਹੀ ਛੱਡਾਂਗਾ ਤੇਰੀ ਜਾਨ ਤਾਂ ਬਚੇਗੀ ਜੇ ਤੂੰ ਮੁਸਲਮਾਨ ਬਣ ਜਾਏ। ਖੈਰ ਉੱਥੇ ਭਾਈ ਮਨੀ ਸਿੰਘ ਜੀ ਨੇ ਆਖਿਆ ਵੀ ਨਹੀਂ, ਮੁਸਲਮਾਨ ਬਣਨ ਦੀ ਤੇ ਗੱਲ ਹੀ ਨਹੀਂ, ਗੁਰੂ ਦਾ ਸਿੱਖ ਤੇ ਗੁਰੂ ਦੇ ਹੁਕਮ ਨੂੰ ਪਰਨਾਇਆ ਹੁੰਦਾ ਹੈ। ਤੇ ਜੇ ਮਾਇਆ ਦੇਣ ਦੀ ਗੱਲ ਏ, ਉਹ ਤੁਹਾਡਾ ਤੇ ਸਾਡੀ ਗੱਲ ਹੋਈ ਸੀ ਵੀ ਇਕੱਠ ਦੀ, ਇਕੱਠ ਤੂੰ ਕਰਨ ਨਹੀਂ ਦਿੱਤਾ, ਇਸ ਕਰਕੇ ਮਾਇਆ ਵੀ ਕੋਈ ਨਹੀਂ ਦੇਣੀ। ਇਹਨੇ ਆਖਿਆ ਵੀ ਭਾਈ ਮਨੀ ਸਿੰਘ ਜੀ ਨੂੰ ਫਤਵਾ ਲਾ ਦਿੱਤਾ ਵੀ ਇਹਨਾਂ ਦਾ ਬੰਦ ਕੱਟ ਕੇ ਇਹਨੂੰ ਸ਼ਹੀਦ ਕੀਤਾ ਜਾਏ। ਭਾਈ ਮਨੀ ਸਿੰਘ ਜੀ ਨੇ ਹੱਸਦਿਆਂ ਉਸ ਫਤਵੇ ਨੂੰ ਪ੍ਰਵਾਨ ਕੀਤਾ। ਜਲਾਦ ਆਇਆ ਹੈ, ਭਾਈ ਮਨੀ ਸਿੰਘ ਜੀ ਦਾ ਬੰਦ ਕੱਟਣ ਲੱਗਾ ਹੈ। ਪ੍ਰਿੰਸੀਪਲ ਗੰਗਾ ਸਿੰਘ ਜੀ, ਉਹਨਾਂ ਨੇ 2-3 ਗੱਲਾਂ ਬੜੀਆਂ ਪਿਆਰੀਆਂ ਕਈਆਂ ਨੇ, ਮੈਂ ਕਹਿ ਕੇ ਸਮਾਪਤੀ ਕਰਨੀ ਹੈ। ਉਹ ਕਹਿੰਦਾ ਜਦੋਂ ਜਲਾਦ ਆਇਆ ਨਾ, ਉਹਨੇ ਭਾਈ ਮਨੀ ਸਿੰਘ ਜੀ ਦਾ ਹੱਥ ਫੜਿਆ ਤੇ ਹੱਥ ਫੜ ਕੇ ਨਾ ਕੂਹਣੀ ਦੇ ਉੱਪਰ ਉਹਨਾਂ ਨੇ ਜਦੋਂ ਆਪਣੀ
ਜਿਹੜਾ ਸ਼ਸਤਰ ਸੀ ਚਲਾਣ ਲੱਗਾ। ਜਦੋਂ ਕੂਹਣੀ ਤੇ ਸ਼ਸਤਰ ਚਲਾਣ ਲੱਗੇ ਨਾ ਤੇ ਭਾਈ ਮਨੀ ਸਿੰਘ ਜੀ ਨੇ ਜਲਾਦ ਦਾ ਹੱਥ ਫੜ ਲਿਆ। ਭਾਈ ਮਨੀ ਸਿੰਘ ਜੀ ਕਹਿੰਦੇ ਕੀ ਕਰਨ ਲੱਗਾ ਹੈ? ਉਹ ਕਹਿੰਦਾ ਮੈਨੂੰ ਹੁਕਮ ਹੋਇਆ ਤੇਰਾ ਬੰਦ ਕੱਟਣਾ। ਤੇ ਭਾਈ ਮਨੀ ਸਿੰਘ ਜੀ ਧਿਆਨ ਦਿਆ ਜੇ 90 ਸਾਲ ਦੀ ਉਮਰ, ਚਿੱਟਾ ਦਾੜਾ। ਤੁਸੀਂ ਵੇਖੋ ਵੀ ਗੁਰੂ ਨੂੰ ਪਰਨਾਇਆ ਸਿੱਖ। ਮੈਂ ਕਹਿੰਦਾ ਤਸਵੀਰਾਂ ਵੀ ਬਹੁਤ ਕੁਝ ਬੋਲਦੀਆਂ ਨੇ। ਹਾਲਾਂਕਿ ਸਿੱਖ ਤਸਵੀਰ ਦਾ ਪੁਜਾਰੀ ਨਹੀਂ, ਪਰ ਜਦੋਂ ਤੁਸੀਂ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਉਹ ਤਸਵੀਰ ਵੇਖਦੇ ਹੋ, ਉਹ ਬਹੁਤ ਕੁਝ ਬਿਆਨ ਕਰਦੀ ਹੈ। ਮੈਂ ਕਈ ਵਾਰੀ ਕਹਿੰਦਾ ਤਸਵੀਰਾਂ ਦੇ ਸਾਹਮਣੇ ਸਿਰ ਝੁਕਾਉਂਦੇ ਹੋ, ਤਸਵੀਰਾਂ ਦੇ ਅੰਦਰ ਦੀ ਹਕੀਕਤ ਨੂੰ ਕਦੀ ਇਮੈਜਿਨ ਕਰਕੇ ਵੀ ਸਮਝਿਆ ਕਰੋ, ਵੇਖਿਆ ਕਰੋ ਵੀ ਕਿੱਡੀ ਵੱਡੀ। ਕਿਸੇ ਸੱਜਣ ਨੇ ਬੜੀ ਪਿਆਰੀ ਗੱਲ ਕਿ ਮੈਂ ਖਿੰਨ ਮਾਤਰ ਨਿਕਲ ਕੇ ਗੱਲ ਕਰਨੀ ਹੈ। ਕੋਈ ਪਿਓ ਚੱਲਿਆ ਸੀ ਕਿਸੇ ਦੇ ਘਰ, ਆਪਣੇ ਮਿੱਤਰ ਦੇ ਘਰ ਫੰਕਸ਼ਨ ਸੀ। ਬਾਪ ਚੱਲਿਆ ਤੇ ਪੁੱਤਰ ਕਹਿੰਦਾ ਮੈਨੂੰ ਵੀ ਲੈ ਕੇ ਜਾਓ। ਜਿੱਦ ਕਰਨ ਲੱਗਾ। ਬਾਪੂ ਕਹਿੰਦਾ ਨਹੀਂ ਤੇਰਾ ਉੱਥੇ ਕੋਈ ਕੰਮ ਨਹੀਂ, ਮਾਂ ਤੇਰੀ ਘਰ ਹੈ, ਉੱਥੇ ਜਾਵਾਂਗਾ ਤੂੰ ਫਿਰ ਕਹੇਂਗਾ ਵਾਪਸ ਜਾਣਾ ਹੈ। ਬੱਚੇ ਨੇ ਜਿੱਦ ਕੀਤੀ ਤੇ ਪਿਤਾ ਨਾਲ ਲੈ ਗਿਆ। ਘਰ ਵਿੱਚ ਮਹਾਰਾਜ ਦਾ ਦੀਵਾਨ ਸਜਿਆ ਸੀ। ਦੀਵਾਨ ਕੀਰਤਨ ਹੋਇਆ, ਮਹਾਰਾਜ ਦੀ ਸਵਾਰੀ ਗੁਰਦੁਆਰੇ ਚਲੀ ਗਈ। ਫਿਰ ਨਾਲ ਦੇ ਕਮਰੇ ਦੇ ਅੰਦਰ ਸਾਰੇ ਮਿੱਤਰ ਇਕੱਠੇ ਹੋਏ ਸਨ। ਕੁਝ ਸਮੇਂ ਬਾਅਦ ਉੱਥੇ ਫਿਰ ਸ਼ਰਾਬ ਦੇ ਦੌਰ ਚੱਲਣ ਲੱਗ ਪਏ। ਬੱਚਾ ਉੱਥੇ ਕੋਲੋਂ ਖੜਾ ਸੀ। ਉਹਨੇ ਬਾਪੂ ਨੂੰ ਇੱਕ ਤਸਵੀਰ ਲੱਗੀ, ਪੁੱਛਿਆ ਬਾਪੂ ਜੀ ਆਹ ਜਿਹੜੇ ਬੰਦੇ ਜਿਨ੍ਹਾਂ ਨੇ ਨੇਜੇ ਤੇ ਸਿਰ ਟੰਗਿਆ ਹੈ ਇਹ ਗੰਦੇ ਬੰਦੇ ਕੌਣ ਨੇ? ਬੱਚਾ ਜਿਵੇਂ ਸਵਾਲ ਕਰਦਾ ਹੈ। ਉਹ ਕਹਿੰਦਾ ਗੰਦੇ ਬੰਦੇ ਨਹੀਂ, ਇਹ ਗੁਰੂ ਦੇ ਸਿੱਖ ਨੇ। ਕਹਿਣ ਲੱਗਾ ਗੁਰੂ ਦੇ ਸਿੱਖ ਕਿਸੇ ਦਾ ਸਿਰ ਨੇਜੇ ਤੇ ਟੰਗ ਕੇ ਲਿਜਾਂਦੇ ਨੇ? ਉਹ ਕਹਿਣ ਲੱਗਾ ਨੇਜੇ ਤੇ ਟੰਗਿਆ ਜਿੰਦਾ ਸਿਰ ਏ ਉਹ ਮੱਸਾ ਰੰਗੜ ਏ। ਇਹਨਾਂ ਨੇ ਤਾਂ ਸਿਰ ਟੰਗਿਆ ਸੀ ਕਿਉਂਕਿ ਇਹਨੇ ਗੁਰੂ ਘਰ ਦੀ ਬੇਅਦਬੀ ਕੀਤੀ ਸੀ। ਅੱਛਾ, ਇਹਨੇ ਕੀ ਕੀਤਾ ਸੀ? ਹੁਣ ਪਿਤਾ ਨੇ ਇੱਕ ਗੱਲ ਦਾ ਜਵਾਬ ਦੇਣਾ ਮੁਨਾਸਬ ਨਾ ਸਮਝਿਆ। ਉਹਨੇ ਆਖਿਆ ਵੀ ਇਹਨੇ ਨਾ ਦਰਬਾਰ ਸਾਹਿਬ ਦੇ ਅੰਦਰ ਨਾ ਜਿੱਥੇ ਗੁਰੂ ਦਾ ਪ੍ਰਕਾਸ਼ ਹੁੰਦਾ ਉੱਥੇ ਸ਼ਰਾਬ ਪੀਤੀ ਸੀ। ਜਦੋਂ ਇੰਨੀ ਗੱਲ ਆਈ ਬੱਚੇ ਨੂੰ ਸਮਝ ਆ ਗਈ ਇੰਨੀ ਗੱਲ। ਉਹ ਕਹਿੰਦਾ ਬਾਪੂ ਨੂੰ ਅੰਦਰ ਜਾ ਕੇ ਉਂਗਲ ਫੜ ਕੇ ਕਹਿੰਦਾ ਬਾਪੂ ਇੱਥੇ ਨਾ ਰੁਕੋ, ਆਪਾਂ ਘਰ ਚੱਲੀਏ। ਪਿਤਾ ਕਹਿੰਦਾ ਵੀ ਮੈਂ ਤੈਨੂੰ ਆਖਿਆ ਸੀ ਨਾ ਮੇਰੇ ਨਾਲ ਆਏਗਾ, ਤੂੰ ਜਿੱਦ ਕਰੇਗਾ ਮੈਂ ਹੁਣ ਦੱਸ ਵਿੱਚ ਛੱਡ ਕੇ ਜਾਵਾਂ? ਉਹ ਕਹਿੰਦਾ ਨਹੀਂ ਬਾਪੂ ਮੈਂ ਤੈਨੂੰ ਤਾਂ ਕਹਿ ਰਿਹਾ ਇੱਥੋਂ ਚੱਲ, ਜੇ ਸਿੱਖ ਆ ਗਏ ਤੇ ਕਿਤੇ ਆਪਣਾ ਵੀ ਸਿਰ ਲਾ ਕੇ ਨਾ ਲੈ ਜਾ। ਕਹਿੰਦਾ ਬੱਚੇ ਦੀ ਮਾਨਸਿਕਤਾ ਨਾ ਦੇਖੋ। ਕਹਿਣ ਲੱਗਾ ਉਹਨੇ ਸ਼ਰਾਬ ਦੇ ਦੌਰ ਚਲਾਏ ਜਿੱਥੇ ਗੁਰੂ ਦਾ ਪ੍ਰਕਾਸ਼ ਹੁੰਦਾ ਸੀ। ਬਾਪੂ ਤੁਸੀਂ ਵੀ ਤੇ ਸ਼ਰਾਬ ਪੀਂਦੇ ਪਏ ਹੋ, ਕਿਉਂਕਿ ਸਾਡੀ ਫਿਤਰਤ ਤੇ ਸੁਭਾਅ ਬਣ ਗਿਆ ਹੈ। ਅਸੀਂ ਕਹਿੰਦੇ ਹਾਂ ਕੋਈ ਫੰਕਸ਼ਨ ਖੁਸ਼ੀ ਦਾ ਪੂਰਾ ਹੀ ਉਨੀ ਦੇਰ ਨਹੀਂ ਹੁੰਦਾ ਜਿੰਨੀ ਦੇਰ ਸ਼ਰਾਬ ਨਾ ਪੀਤੀ ਜਾਏ। ਕਿੱਥੇ ਖੜੇ ਹੋ ਗਿਆ ਸੀ? ਗੁਰੂ ਨੇ ਅੰਮ੍ਰਿਤ ਦੀ ਦਾਤ ਦਿੱਤੀ, ਅਸੀਂ ਸ਼ਰਾਬ ਤੇ ਆ ਕੇ ਖੜੇ ਹੋ ਗਏ। ਪ੍ਰਿੰਸੀਪਲ ਗੰਗਾ ਸਿੰਘ ਜੀ ਨੇ 2 ਰੁਬਾਈਆਂ ਲਿਖੀਆਂ ਨੇ। ਉਹ ਕਹਿੰਦਾ ਹੈ ਭਾਈ ਮਨੀ ਸਿੰਘ ਜੀ ਕਹਿਣ ਲੱਗੇ ਜਦੋਂ ਤੂੰ ਮੇਰੇ ਤਨ ਤੇ ਖੰਜਰ ਚਲਾਏਂਗਾ ਤੇ ਇੱਕ ਗੱਲ ਚੇਤੇ ਰੱਖੀ, ਤੂੰ ਇਸ ਸਰੀਰ ਦਾ ਮੇਰਾ ਇੱਕ ਇੱਕ ਬੰਦ ਕੱਟਣ ਦਾ ਤੈਨੂੰ ਹੁਕਮ ਹੋਇਆ ਹੈ। ਜਲਾਦ ਕਹਿੰਦਾ ਕਮਾਲ ਦਾ ਬੰਦਾ ਤੂੰ ਬਾਬਾ, ਤੂੰ ਬੰਦ ਕੱਟਣ ਦੀ ਗੱਲ ਕਰਨਾ। ਮੈਂ ਕਹਿੰਦਾ ਜਿੰਨੀ ਸੌਖੀ ਮੌਤ ਆ ਜਾਏ ਉਨੀ ਚੰਗੀ ਏ। ਬੰਦ ਕੱਟਾਂਗਾ ਦਰਦ ਜ਼ਿਆਦਾ ਹੋਏਗਾ, ਇੱਕ ਇੱਕ ਪੋਟਾ ਕਰਕੇ ਕੱਟਾਂਗਾ ਦਰਦ ਜ਼ਿਆਦਾ ਹੋਏਗਾ। ਭਾਈ ਮਨੀ ਸਿੰਘ ਜੀ ਕਹਿਣ ਲੱਗੇ ਨਹੀਂ ਭਲਿਆ, ਮੇਰੇ ਮਾਲਕ ਦਾ ਹੁਕਮ ਹੈ, ਉਹਦੀ ਰਜ਼ਾ ਵਿੱਚ ਮੈਂ ਰਵਾਂਗਾ ਤੇ ਕੋਈ ਦੁੱਖ ਨਹੀਂ। ਪਰ ਉਹ ਜਲਾਦ ਬੜਾ ਹੈਰਾਨ ਜਿਹਾ ਹੋ ਕੇ ਕਹਿੰਦਾ ਬਾਬਾ ਮੈਨੂੰ ਇੱਕ ਗੱਲ ਦੱਸ, ਤੂੰ ਬੜਾ ਦਾਨਾ ਸਿਆਣਾ ਬੰਦਾ ਹੈ, ਇੰਨੀ ਤੇਰੀ ਉਮਰ, ਚਿੱਟਾ ਤੇਰਾ ਦਾੜਾ ਹੈ, ਮੈਨੂੰ ਇੱਕ ਗੱਲ ਦੱਸ, ਤੇਰਾ ਬੰਦ ਤੇ ਮੈਂ ਕੱਟਣਾ ਹੈ ਕਿਉਂਕਿ ਮੈਨੂੰ ਹੁਕਮ ਹੋਇਆ ਹੈ, ਪਰ ਤੇਰਾ ਬੰਦ ਕੱਟਾਂਗਾ ਤੇ ਤੈਨੂੰ ਮਿਲੇਗਾ ਕੀ? ਧਿਆਨ ਦੇ ਜੇ ਗੱਲ ਸੁਣਿਆ ਜੀ, ਤੇਰਾ ਬੰਦ ਕੱਟਾਂਗਾ ਤੈਨੂੰ ਕੀ ਮਿਲੇਗਾ? ਭਾਈ ਮਨੀ ਸਿੰਘ ਕਹਿਣ ਲੱਗੇ ਤੂੰ ਹੁਕਮ ਮੰਨ ਰਿਹਾ ਆਪਣੇ ਮਾਲਕ ਦਾ, ਮਾਲਕ ਜ਼ਕਰੀਆ ਖਾਂ ਦਾ, ਤੂੰ ਹੁਕਮ ਮੰਨਿਆ ਤੇ ਤੈਨੂੰ ਕੀ ਮਿਲਿਆ ਹੈ? ਉਹ ਕਹਿੰਦਾ ਮੈਂ ਤੇਰੇ ਬੰਦ ਕੱਟ ਕੇ ਟੋਕਰੇ ਵਿੱਚ ਪਾ ਕੇ ਆਪਣੇ ਮਾਲਕ ਦੇ ਅੱਗੇ ਰੱਖਾਂਗਾ। ਉਹ ਜਿਹੜੇ ਟੋਕਰੇ ਵਿੱਚ ਤੇਰੇ ਬੰਦ ਰੱਖਾਂਗਾ, ਮੇਰਾ ਮਾਲਕ ਖੁਸ਼ ਹੋ ਕੇ ਇੱਕ ਟੋਕਰਾ ਦਾਣਿਆਂ ਦਾ ਆਟੇ ਦਾ ਭਰ ਕੇ ਮੈਨੂੰ ਦੇਗਾ, ਮੇਰੇ ਬੱਚੇ ਖਾਣਗੇ, ਮੇਰੇ ਬੱਚਿਆਂ ਨੂੰ ਰਿਜ਼ਕ ਮਿਲੇਗਾ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਕਹਿਣ ਲੱਗੇ ਤੂੰ ਆਖੇ ਟੁਕੜੇ ਦਾ ਨੌਕਰ, ਤੂੰ ਕਹਿੰਦਾ ਮੈਂ ਪੈਸਿਆਂ ਦਾ ਟੁਕੜੇ ਦਾ ਨੌਕਰ ਹਾਂ, 4 ਦਾਣੇ ਮਿਲਣਗੇ, ਤੂੰ ਆਖੇ ਟੁਕੜੇ ਦਾ ਨੌਕਰ, ਮਾਲਕ ਹੁਕਮ ਮਨਾਉਂਦਾ ਹਾਂ, ਤੂੰ ਆਪਣੇ ਮਾਲਕ ਦਾ ਹੁਕਮ ਮੰਨ ਰਿਹਾ ਹੈ। ਮੈਂ ਸਾਹਿਬ ਹਾਂ ਮੰਗਤ ਜਿਸ ਦਾ, ਮੇਰਾ ਜਿਹੜਾ ਸਾਹਿਬ ਹੈ ਤੇ ਉਹਦਾ ਹੁਕਮ ਹੈ, ਪੁਰਜਾ ਕੱਟ ਮਰੇ ਕਬਹੂ ਨਾ ਛਾੜੈ ਖੇਤ, ਮੇਰੇ ਸਤਿਗੁਰ ਦਾ ਹੁਕਮ ਹੈ, ਤਨ ਮਨ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ।
मेरे मालक दा हुक्म है, मैं अपने मालक दे हुक्म विच हां। तू अपने मालक दा हुक्म मन रहा, मैं अपने मालक दा हुक्म। तू आखे टुकड़े दा नौकर, मालक हुक्म मनांदा हां। मैं साहिब हां मांगत, जिस दा तिसनू पिया रिझांदा हां। तेरी तलब रुपईए, तेरा ध्यान मेरे टुकड़े करदियां सिर्फ माया वाले, ते मेरा ध्यान मेरे करते दे चरना वाले। मैं कहना किदों सुभागा समावे मेरे प्राण निकलन ते मैं धन गुरु कलगीधर साहब जी दे चरना विच पहुंच जावां। किदों समावे मैं अपने साहबजादे प्यारे गुरु के लाल बाबा अजीत सिंह, बाबा जुझार सिंह, बाबा जोरावर सिंह, बाबा फतेह सिंह दे चरना विच पहुंच जावां। बस फर्क इन्ना, तेरी तलब रुपईए। आपां जीवन पदवी पावांगे, सुन कातल आपां दोवें रल मिल अजब तमाशे लावांगे। लोग तमाशा देखणगे, तेनू वेखणगे ते कहणगे वेखो ये लोको चार दाणियां दे बदले किन्ना वड्डा कहर कमांदा पिया है। ते मैनू वेखणगे ते कहणगे धन गुरु के सिख, जिन्ना अपना आपा वार दिता पर सिदक नहीं डुलाया। फर्क है ना जी दोनों विच। वेखो, एक जीवन पदवी है, एक पदार्थां लई जी रहा है। मैं फिर बेनती कर दियां गुरसिखो, पदार्थां दा कर्म है जीवन विच आना जाना। गुरु की सिक्खी कर, गुरु की सिक्खी बड़े भागां नाल मिलदी जे। जिन्हों मिलीए इनू संभालण दा यतन करिए। धन गुरु गरकीधर पातशाह जी दे चरनां विच भाई मनी सिंह जी, किन्ना किन्ना उन्हां दा रुतबा होएगा भी। गुरु गोबिंद सिंह पातशाह जी का एक जफरनामा मिलता है जी, जिहड़ा 1703 विच सतगुर ने लिखिया। उस जफरनामे के अंदर गुरु गोबिंद सिंह जी ने बचन लिखे ने। साहब कहते ने भाई अजब सिंह, भाई अजायब सिंह, भाई अनक सिंह, ये भाई मनी सिंह जी के बेटे सन। जो 1699 की विसाखी में अमृत छकिया, भाई मनी सिंह जी दे, भाई मनी सिंह ते इन्हां दे 5 बच्चियां ने नाल अमृत छकिया सी। ये 3 पुत्रां दा जिक्र किया धन गुरु गोबिंद सिंह पातशाह जी ने जफरनामे विच। भाई अजब सिंह, अजैब सिंह ते अनिक सिंह, ये तिन्ने सिख चमकौर की जंग विच शहीद होए सन। ये भाई मनी सिंह जी के पुत्र भाई बचित्र सिंह, जिन्हां नागनी बरछा मार के हाथी दियां तवियां पाड़ियां सन, वो भाई मनी सिंह जी के पुत्र सन। भाई उदय सिंह, जिन्हां केसरी चंद का सिर वड्डिया सी, वो भाई मनी सिंह के पुत्र सन। भाई मनी सिंह ना दे बाबत बचन लिखे भी भाई अजब सिंह, अजैब सिंह, अनिक सिंह जी पुत्र पोतरे भाई बल्लू जी के, पुत्र भाई मनी सिंह जी के, ये जेड़े ने ना, ये मेरे खानजादे ने। खानजादे का मतलब होंदा है मेरे पुत्रां वर्गे। ये मेरे पुत्रां वर्गे ने। सतगुर ने इन्ना वड्डा मान दिता है भाई साहब, भाई मनी सिंह जी के परिवार में। अज उन्हां दी शहादत नूं तुसीं गुरु की गोद विच बैठ के चेते कर रहे हो। साध संगत अरदास करिए सतगुरां दे चरनां विच कि सतगुर ने किरपा करके त्रुट के सिੱਖੀ जीवन दिता है। गुरु दे चरनां विच जुड़े हाँ, अमृत दी दात प्राप्त करके त्यार बर त्यार गुरु दे सिख बन के सतगुरां दी सिੱਖੀ नूं संभाल के गुरु दे आसे अनुसार जीवन जियोईए, ताकि संसार विच साडा आना सफला हो जाए। सतगुर जी मेहरमत करन, बख्शिश करन। आप सरबत संगतां दा जिन्हां ने बहुत प्यार नाल सतगुर की पावन बाणी दी इतिहास दी विचार सरवण कीती है, बहुत बहुत धन्नवाद। पतवंते सज्जन गुरमुख प्यारे, समूह प्रबंधक कमेटी सज्जना दा, जिन्हां ने आप संगतां दे दर्शन करन दा समा बनाया है। धन धन साहिब श्री गुरु ग्रंथ साहिब पातशाह जी सतगुरां दा कोटान कोट शुकर। गुरु करके वजीर सेवादार सबना दा धन्नवाद जी। बुलाओ फतेह, दिओ आसीस जी। वाहिगुरु जी का खालसा, वाहिगुरु जी की फतेह।